ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਗੋਬਿੰਦ ਸਿੰਘ ਦੀ ਸ਼ਬਦ ਮੂਰਤ ਦਸਮ ਗ੍ਰੰਥ 'ਤੇ ਵਿਚਾਰ ਕਰਾਂਗੇ। ਹਾਲਾਂਕਿ ਇਸ ਵਿਸ਼ਾਲ ਵਿਸ਼ੇ ਦੇ ਉੱਤੇ ਪਿਛਲੇ 100 ਸਾਲਾਂ ਦੇ ਵਿੱਚ ਕਈ ਵਿਦਵਾਨਾਂ ਨੇ ਵਿਦਵਤਾ ਭਰਪੂਰ ਲੇਖ ਲਿਖੇ, ਪਰ ਨਾਲ ਹੀ ਜਿਹੜੀ ਅਸੁਰੀ ਸ਼ਕਤੀਆਂ ਹੁੰਦੀਆਂ ਨਾ, ਵੀ ਗੁਰੂ ਦੀ ਕਿਰਤ ਨੂੰ ਨਹੀਂ ਮੰਨਣਾ, ਗੁਰੂ ਨੂੰ ਨਹੀਂ ਮੰਨਣਾ, ਅਤੇ ਉਹਦੇ ਨੁਕਸ ਕੱਢਣ ਦੇ ਜਿਹੜੇ ਸਿਸਟਮ ਹੈ ਉਹ ਚੱਲੇ 1885 ਦੇ ਵਿੱਚ। ਔਰ ਬੜੇ ਕੋਈ ਲੱਗੇ ਲਗਾਏ ਸਵਾਲ ਨੇ ਇਹਨਾਂ ਕੋਲ, 200 ਦੇ ਕਰੀਬ ਸਵਾਲ ਨੇ। ਉਹ ਸਵਾਲ ਇਹ ਜਾ ਕੇ ਪੁੱਛਣਗੇ, ਬੰਦਿਆਂ ਨੂੰ ਦੇ ਦੇਣੇ ਡਿਸਟਰੀਬਿਊਟ ਕਰਕੇ, ਫੇਸਬੁੱਕ 'ਤੇ ਚੱਲ ਰਹੇ ਨੇ। ਉਹਨਾਂ ਦੇ ਸਵਾਲ ਦੇ ਜਵਾਬ ਦੀ ਬਜਾਏ ਉਹਨਾਂ ਨੂੰ ਜਦੋਂ ਤੁਸੀਂ ਸਵਾਲ ਕਰਦੇ ਹੋ ਅਤੇ ਫਿਰ ਕਿਉਂਕਿ ਉਸ ਚੀਜ਼ ਲਈ ਉਹ ਟ੍ਰੇਨਡ ਨਹੀਂ ਹੈਗੇ, ਇਸ ਕਰਕੇ ਉਹ ਫਿਰ ਭੱਜਣਾ ਸ਼ੁਰੂ ਕਰਦੇ ਨੇ। ਹੁਣ ਕੋਈ ਵੀ ਰਚਨਾ ਹੋਵੇ, ਰਚਨਾ ਦਾ ਜਿਹੜਾ ਸਮੂਲ ਸਿਧਾਂਤ ਹੈ ਉਹਨੂੰ ਪਰਖਣ ਦੇ ਲਈ ਕਿ ਉਸਦੇ ਰਾਈਟਰ ਕੌਣ ਹੈ। ਹੁਣ ਇਹ ਲਾਇਬ੍ਰੇਰੀ 'ਚ 10-12 ਹਜ਼ਾਰ ਕਿਤਾਬ ਹੈ, ਹਰੇਕ ਰਾਈਟਰ ਦਾ ਉੱਤੇ ਨਾਂ ਲਿਖਿਆ ਹੈ, ਪਰ ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਵੀ ਇਹ ਰਾਈਟਰ ਨੇ ਇਹ ਕਿਤਾਬ ਨਹੀਂ ਲਿਖੀ। ਅਤੇ ਆਹ ਜਿਹੜਾ ਸਾਡੇ ਗੁਰੂ ਸਾਹਿਬ ਦੀਆਂ ਰਚਨਾਵਾਂ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਹੈ, ਚਾਹੇ ਦਸਮ ਗ੍ਰੰਥ ਸਾਹਿਬ ਹੈ, ਇਹ ਮਤਲਬ ਕਿ ਇੱਕ ਸਿੱਖ ਧਰਮ ਐਸਾ ਧਰਮ ਹੈ, ਇਕਲੌਤਾ ਧਰਮ ਵਰਲਡ ਦਾ, ਜਿਸ ਦੇ ਧਾਰਮਿਕ ਗ੍ਰੰਥਾਂ ਨੂੰ ਗੁਰੂ ਸਾਹਿਬਾਂ ਨੇ ਆਪਣੇ ਸਮੇਂ ਦੇ ਵਿੱਚ, ਆਪਣੇ ਸਮਿਆਂ ਦੇ ਵਿੱਚ ਸੰਪਾਦਿਤ ਕਰਕੇ, ਦਸਤਖਤ ਕਰਕੇ ਲੋਕਾਂ ਦੇ ਵਿੱਚ ਪ੍ਰਚਲਿਤ ਕੀਤੇ। ਔਰ ਉਹਨਾਂ ਦੇ ਕਈ ਸਰੋਤ ਵੀ ਨੇ। ਹੁਣ ਜੇ ਸਾਨੂੰ ਗੁਰੂ ਸਾਹਿਬ ਦੀ ਲਿਖਤ 'ਤੇ ਭਰੋਸਾ ਨਹੀਂ, ਭਰੋਸਾ ਤੋੜਨਾ, ਸਿੱਖਾਂ ਦਾ ਤੋੜਨਾ, ਅਤੇ ਫਿਰ ਉਹਦੇ ਲਈ ਸਾਨੂੰ ਕਈ ਤਰ੍ਹਾਂ ਦੇ ਛਿੜੰਤਰ ਅਤੇ ਸਾਜ਼ਿਸ਼ਾਂ ਰਚਣੀਆਂ ਪੈਂਦੀਆਂ, ਅਤੇ ਉਹੀ ਇਹ ਰਚਦੇ ਨੇ। 15-20 ਸਾਲ ਦੇ ਬਾਅਦ ਇਹ ਮਸਲੇ ਉੱਠਦੇ ਨੇ ਅਤੇ ਫਿਰ ਚੁੱਪ ਕਰ ਜਾਂਦੇ ਨੇ। ਹੁਣ ਮੈਂ ਸਭ ਤੋਂ ਪਹਿਲਾਂ, ਕਿਉਂਕਿ ਇਤਿਹਾਸ ਨੂੰ ਫਲੋਰਨ ਲਈ, ਇਤਿਹਾਸ ਨੂੰ ਸਾਬਤ ਕਰਨ ਲਈ, ਇਤਿਹਾਸ ਦੀ ਪ੍ਰਮਾਣਿਕਤਾ ਲਈ ਸਰੋਤ ਹੁੰਦੇ ਨੇ, ਇਤਿਹਾਸਕ ਸਰੋਤ। ਸਭ ਤੋਂ ਵੱਡਾ ਸਰੋਤ ਜਿਹੜਾ ਦਸਮ ਗ੍ਰੰਥ ਸਾਹਿਬ ਦੇ ਨੇ, ਉਹ ਹੈ ਕਿ ਗੁਰੂ ਸਾਹਿਬਾਂ ਦੇ ਵੇਲੇ ਤੋਂ ਲੈ ਕੇ 1695 ਤੋਂ ਲੈ ਕੇ ਅਤੇ 1734-35 ਤੱਕ ਜਿਹੜੇ ਸਰੂਪ ਤਿਆਰ ਹੋਏ ਨੇ, ਪੋਥੀਆਂ ਤਿਆਰ ਹੋਈਆਂ, ਉਹ ਤਿਆਰ ਕਰਨ ਵਾਲੇ ਕੌਣ ਨੇ? ਗੁਰੂ ਸਾਹਿਬ ਦੇ ਸਮਕਾਲੀ ਭਾਈ ਮਨੀ ਸਿੰਘ ਜੀ, ਬਾਬਾ ਵਿਨੋਦ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਸੁੱਖਾ ਸਿੰਘ ਜੀ, ਅਤੇ ਹੋਰ ਅਨੇਕਾਂ ਇਹੋ ਜਿਹੀਆਂ ਪੋਥੀਆਂ ਜਿਹੜੇ ਉਹਨਾਂ ਦੇ ਉਤਾਰੇ ਹੋਏ ਨੇ। ਜਿਵੇਂ ਭਾਈ ਸੁੱਖਾ ਸਿੰਘ ਜੀ ਦੀ ਬੀੜ ਹੈ, ਪੋਥੀ ਹੈ, ਉਹਦਾ ਉਤਾਰਾ ਤਾਂ ਹੋਇਆ, ਪਰ ਉਹਦੇ 'ਚ ਜੇ ਉਹ ਕਿਤੇ ਔਰੰਗਾਬਾਦ ਜਿਹੜੀ ਪਈ ਹੈ, ਉਸ ਨੂੰ ਅਸੀਂ ਭਾਈ ਦਇਆ ਸਿੰਘ ਦੀ ਬੀੜ ਕਹਿਣ ਲੱਗੇ, ਕਿਉਂਕਿ ਭਾਈ ਦਇਆ ਸਿੰਘ ਜੀ ਦੇ ਅਸਥਾਨ 'ਤੇ ਉਹ ਪਈ ਹੈ। ਜਦ ਕਿ ਭਾਈ, ਮੈਂ ਵੀ ਲਿਖਦਾ ਰਿਹਾ, ਮੈਂ ਉਹਦੀ ਖਿਮਾ ਚਾਹਾਂਗਾ, ਕਿਉਂਕਿ ਉਹ 1696 ਦੀ ਚੀਜ਼ ਹੈ ਜਾਂ 1698 ਦੀ ਹੈ, ਅਤੇ ਉਦੋਂ ਹਾਲੇ ਸਿੰਘ ਨਹੀਂ ਬਣੇ ਸੀ ਭਾਈ ਦਇਆ ਸਿੰਘ। ਸੋ ਇਹ ਗੱਲ ਕਲੀਅਰ ਹੈ ਕਿ ਉਹ ਤਾਰੇ ਨੇ। ਉਹਦਾ ਤਾਰਾ ਇੱਕ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਵੀ ਹੈ, ਅਤੇ ਉਹਦੇ ਕਈ ਉਤਾਰੇ ਹੋਏ। ਸਭ ਤੋਂ ਪਹਿਲਾ ਉਤਾਰਾ ਜਿਹੜੀ ਸੰਕਲਨ ਕੀਤਾ ਗਿਆ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਇਆ। ਦਮਦਮੀ ਬੀੜ ਉਹਨੂੰ ਕਿਹਾ ਜਾਂਦਾ। ਅਨੰਦਪੁਰ ਸਾਹਿਬ, ਦਮਦਮਾ ਸਾਹਿਬ ਇਹ ਤਿਆਰ ਹੋਈ। ਤਿਆਰ ਕਰਨ ਵਾਲੇ ਸਨ ਭਾਈ ਹਰਦਾਸ ਜੀ, ਜਸਰ ਸਿੰਘ ਰਾਮਗੜੀਆ ਦੇ ਦਾਦਾ ਜੀ, ਭਾਈ ਨਿਹਾਲਾ, ਭਾਈ ਬਾਲਾ, ਇੱਕ ਰਾਈਟਰ ਹੋਰ ਹੈ। ਇਹ 4 ਰਾਈਟਰਾਂ ਨੇ ਇਹ ਤਿਆਰ ਕੀਤੀ। ਔਰ ਜਿੱਥੇ ਜਿੱਥੇ ਗੁਰੂ ਸਾਹਿਬ ਨੂੰ ਉਹਦੀ ਲਿਖਾਵਟ 'ਚ ਕੋਈ ਅਸ਼ੁੱਧੀ ਨਜ਼ਰ ਆਈ, ਉਹਨਾਂ ਨੇ ਆਪਣੇ ਦਸਤਖਤਾਂ ਦੇ ਨਾਲ, ਦਸਤਖਤ ਉਹਨਾਂ ਦਾ ਸੀ ਕਿਰਪਾਨ ਦੀ ਸ਼ੇਪ ਦੇ ਵਿੱਚ, ਉਹ ਉਹਨਾਂ ਦੇ ਨਿਸ਼ਾਨ ਹੈ ਗੁਰੂ ਸਾਹਿਬ ਦਾ, ਅਤੇ ਉਹ ਨਿਸ਼ਾਨ ਗੁਰੂ ਸਾਹਿਬ ਦੇ ਹੁਕਮਨਾਮੇ 'ਚ ਮਿਲੇਗਾ
ਜਾਂ ਮਾਤਾ ਸਾਹਿਬ ਦੇ ਹੁਕਮਨਾਮੇ 'ਚ ਮਿਲੇਗਾ, ਮਾਤਾ ਸੁੰਦਰੀ ਦੇ ਹੁਕਮਨਾਮੇ 'ਚ ਨਹੀਂ ਹੈ। ਉਸ ਦੇ ਨਾਲ ਉਹਨਾਂ ਨੇ ਉਹਦੀ ਸੁਧਾਈ ਕੀਤੀ ਹੋਈ। ਇਸ ਦੇ ਬਾਵਜੂਦ ਸਾਡੇ ਕਹਿੰਦੇ ਕਹਾਉਂਦੇ ਯੂਨੀਵਰਸਿਟੀ ਦੇ ਵਿਦਵਾਨ ਅਤੇ ਆਪਣੇ ਆਪ ਨੂੰ ਦਸਮ ਗ੍ਰੰਥ ਦੇ ਮਾਹਰ ਵੀ ਕਹਿੰਦੇ ਨੇ, ਉਹ ਇਸ ਨੂੰ ਅਸ਼ੁੱਧ ਕਹਿ ਰਹੇ ਨੇ। ਅਤੇ ਦੱਸੋ ਤੁਸੀਂ ਕੀ ਭਲਾ ਕਰ ਰਹੇ ਹੋ ਗੁਰੂ ਦਾ ਜਾਂ ਗੁਰੂ ਦੀ ਬਾਣੀ ਦਾ, ਜਦੋਂ ਤੁਸੀਂ ਗੁਰੂ ਸਾਹਿਬ ਦੇ ਹੱਥ ਦੇ ਲਿਖਾਰੀ ਨੇ, ਉਹਨਾਂ ਦੇ ਕੋਰਟ ਦੇ ਵਿੱਚ ਲਿਖਾਰੀ ਨੇ, ਉਹਨਾਂ ਦੀ ਲਿਖਤ ਨੂੰ ਗੁਰੂ ਸਾਹਿਬ ਵੱਲੋਂ ਕਰੈਕਟ ਕੀਤਾ ਹੋਵੇ, ਸ਼ੁੱਧ ਕੀਤਾ ਹੋਵੇ, ਉਸ ਨੂੰ ਤੁਸੀਂ ਅਸ਼ੁੱਧ ਕਹੋ। ਕਰਤਾਰਪੁਰੀ ਪੀਠ 'ਚ ਵੀ ਇੰਝ ਹੀ ਹੈ। ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਸ਼ੁੱਧ ਕੀਚੇ, ਤਾਂ ਸ਼ੁੱਧ ਹੋਏ ਨੇ, ਹੜਤਾਲਾਂ ਲੱਗੀਆਂ, ਹੜਤਾਲ ਲਾ ਕੇ ਉਹਨੂੰ ਸ਼ੁੱਧ ਕੀਤਾ ਗਿਆ। ਅਤੇ ਫਿਰ ਇਦੋਂ ਵੱਧ ਸ਼ੁੱਧ ਨਹੀਂ ਹੈ, ਅਤੇ ਫਿਰ ਤੁਸੀਂ ਆਪ ਸ਼ੁੱਧ ਕਰ ਦਿਓ ਵੀ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਗੁਰੂ ਸਾਹਿਬ ਠੀਕ ਨਹੀਂ ਲਿਖ ਸਕੇ ਅਤੇ ਮੈਂ ਇਹਨੂੰ ਸ਼ੁੱਧ ਕਰ ਰਿਹਾ। ਅਤੇ ਉਹ ਜਨਾਬ ਜੀ ਦੇ ਜਿਹੜੀ ਘਰ ਵਾਲੀ ਹੈ ਸੰਸਕ੍ਰਿਤ ਦੀ MA ਹੈ, PhD ਵੀ ਹੈ। ਅਤੇ ਸਾਡੇ ਨਾਲ ਉਹ ਅਮਰੀਕਾ 'ਚ ਗਏ ਅਤੇ ਉੱਥੇ ਸ਼ਾਮ ਦਾ ਵੇਲਾ, ਸ਼ਾਮ ਨੂੰ ਕਾਰ ਜਾ ਰਿਹਾ ਅਤੇ ਰਹਿਰਸ ਉਹਨਾਂ ਨੇ ਕਰਨੀ ਸ਼ੁਰੂ ਕੀਤੀ। ਅਤੇ ਰਹਿਰਸ ਕਰਦੇ ਕਰਦੇ ਉਹ ਪੜ੍ਹ ਰਹੇ ਨੇ, ਤੇਰੀ ਭਗਤੀ ਭੰਡਾਰ ਜੀ, ਠੀਕ ਹੈ। ਅਤੇ ਉਹਨਾਂ ਨੂੰ ਬਾਅਦ 'ਚ ਪੁੱਛਿਆ ਕਿ ਵੀ ਇਹ ਤਾਂ ਤੇਰੀ ਭਗਤ ਭੰਡਾਰ ਜੀ ਹੈ। ਕਹਿੰਦਾ ਨਹੀਂ ਜੀ, ਇਹ ਤੁਹਾਨੂੰ ਇਹ ਪਤਾ ਨਹੀਂ ਇਸ ਦੀ ਜਿਹੜੀ ਗ੍ਰਾਮਰ ਦਾ, ਗ੍ਰਾਮਰ ਜਿਹੜੀ ਸੰਸਕ੍ਰਿਤ ਦੇ ਅਤੇ ਹਿੰਦੀ ਦੀ ਗ੍ਰਾਮਰ ਹੈ, ਉਹ ਫਿਰ ਗੁਰਮੁਖੀ ਗ੍ਰਾਮਰ ਦਾ ਉਹਦੇ ਨਾਲੋਂ ਅਲੱਗ ਹੈ। ਇਹਦੇ ਸ਼ਾਰਟ ਵਾਵਲ ਸਾਊਂਡ ਜਿਹੜੇ ਇਹਦੇ ਲੌਂਗ ਵਾਵਲ ਸਾਊਂਡ ਹੈ। ਫਿਰ ਮੈਂ ਕਿਹਾ ਸਤਨਾਮ ਨਾ ਪੜ੍ਹਿਆ ਕਰੋ, ਸਤੀ ਨਾਮ ਪੜ੍ਹ ਲਿਆ ਕਰੋ। ਇਹ ਸਾਡੇ ਜਿਹੜੀ ਹੈ ਵਿਦਵਤਾ ਦਿਖਾਉਣ ਦੇ ਢੰਗ ਨੇ, ਜਿਹੜੇ ਕਿ ਸਾਡੇ ਨਾਲ ਵੀ ਤੁਰੇ ਬੰਦੇ। ਹੁਣ ਜਿਹੜੀ ਮੈਂ ਗੱਲ ਕਰਦਾ ਕਿ ਜਦੋਂ ਗੁਰੂ ਸਾਹਿਬ ਦੇ ਹੱਥ ਦੇ ਲਿਖੇ ਦਸਤਖਤ ਕੀਤੀਆਂ ਬੀੜਾਂ ਸਾਡੇ ਕੋਲ ਹੋਣ, ਗੁਰੂ ਸਾਹਿਬ ਦੇ ਸਮਕਾਲੀ ਬੰਦਿਆਂ ਨੇ ਉਹ ਬੀੜਾਂ ਲਿਖੀਆਂ ਹੋਣ, ਅਤੇ ਸਿਰਫ ਇੰਨਾ ਹੀ ਕਹਿ ਸਕਾਂਗੇ ਵੀ ਇਹ ਨਕਲੀ ਹੈ, ਠੀਕ ਹੈ। ਅਤੇ ਫਿਰ ਤਾਂ ਕਿਤਾਬ ਹੀ ਕੋਈ ਅਸਲੀ ਨਹੀਂ। ਵੇਦ ਕਿਹਨੇ ਲਿਖੇ? ਕਿਸੇ ਨੇ ਕੋਈ ਦਸਤਖਤ ਕੀਤੇ? ਗੀਤਾ ਕਿਸ ਨੇ ਲਿਖੀ? ਰਮਾਇਣ ਕਿਸ ਨੇ ਲਿਖੀ? ਕਿਸੇ ਨੇ ਦਸਤਖਤ ਕੀਤੇ? ਜਿਸ ਦੇ ਸਮੇਂ ਦੇ ਵਿੱਚੋਂ ਲਿਖੀ। ਕੁਰਾਨ ਮਜੀਦ ਕਿਸ ਨੇ ਲਿਖਿਆ? ਕਿਸੇ ਨੇ ਦਸਤਖਤ ਕੀਤੇ? ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਪ੍ਰਮਾਣਿਕ ਹੈ, ਉਸ ਨੂੰ ਝੂਠ ਬੋਲ ਕੇ ਅਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਅਸ਼ੁੱਧ ਜਿਹੜੇ ਆ, ਉਹ ਭਾਵਨਾ ਜਦੋਂ ਸ਼ੁੱਧ ਨਹੀਂ ਹੈ, ਅਤੇ ਫਿਰ ਉਹ ਤੁਸੀਂ ਭਾਈ ਮਨੀ ਸਿੰਘ ਤੋਂ ਵੀ ਨਮੁੱਕਰ ਹੋ ਜਾਓ, ਬਾਬਾ ਦੀਪ ਸਿੰਘ ਤੋਂ ਵੀ ਨਮੁੱਕਰ ਹੋ ਜਾਓ, ਬਾਬਾ ਵਿਨੋਦ ਸਿੰਘ ਜੀ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਨੇ ਭੇਜੇ ਬਾਬਾ ਬੰਦਾ ਬਹਾਦਰ ਨਾਲ, ਉਹਨਾਂ ਤੋਂ ਵੀ ਨਮੁੱਕਰ ਹੋ ਜਾਓ, ਅਤੇ ਫਿਰ ਅਸੀਂ ਕੁਛ ਕਹਿ ਸਕਾਂਗੇ ਕਿ ਹਾਂ ਬਈ ਇਹ ਚੀਜ਼ਾਂ ਠੀਕ ਨਹੀਂ ਹੈ। ਹੁਣ ਮੈਂ ਇਹ ਤਾਂ ਹੋ ਗਿਆ ਨਾ ਜ਼ਾਹਰ ਜਿਹੜੇ ਸਰੋਤ, ਡਾਇਰੈਕਟ ਜਿਹੜਾ ਫਸਟ ਹੈਂਡ ਐਵੀਡੈਂਸ। ਦੂਸਰਾ ਐਵੀਡੈਂਸ ਹੁੰਦਾ ਗੁਰੂ ਸਾਹਿਬ ਦੇ ਵੇਲੇ ਤੋਂ ਜਿਹੜੇ ਲਿਖੇ ਜਾ ਰਹੇ ਸਰੋਤ ਨੇ, ਇਤਿਹਾਸਕ ਸਰੋਤ। ਮੈਂ ਪਹਿਲਾਂ ਇਹ 1701 ਤੋਂ ਸ਼ੁਰੂ ਕਰਦਾ ਮੈਂ ਸਰੋਤ, ਅਤੇ 1880 ਤੱਕ ਇਹ ਸਰੋਤ ਦਸਮ ਗ੍ਰੰਥ ਦੀ ਬਾਣੀ ਦਾ ਜ਼ਿਕਰ ਕਰ ਰਹੇ ਨੇ, ਅਤੇ ਆਪਣੇ ਹਰੇਕ ਸਰੋਤ ਵਿੱਚ ਉਹਨੂੰ ਕੋਟ ਕਰ ਰਹੇ ਨੇ। ਪਹਿਲਾ ਹੈਗਾ ਪ੍ਰੇਮ ਸਮਾਰਕ ਗ੍ਰੰਥ, ਅਗਿਆਤ ਹੈ, ਇਹਨੂੰ ਵੈਸੇ ਕਹਿ ਦਿੰਦੇ ਨੇ ਦਸਮ ਪਾਤਸ਼ਾਹ ਜੀ ਦਾ ਨਹੀਂ ਹੈ, ਅਗਿਆਤ ਹੈ। ਇਹ ਇੱਕ ਰਹਿਤਨਾਮਾ ਹੈ, 1701 'ਚ ਤਿਆਰ ਕੀਤਾ। ਉਹ ਜਦੋਂ ਲਿਖਦੇ ਨਾ ਮੁੱਖ ਵਾਕ ਪਾਤਸ਼ਾਹੀ 10ਵੀਂ, ਤਾਂ ਲੋਕਾਂ ਨੇ ਕਹਿਤਾ ਜੀ ਗੁਰੂ ਸਾਹਿਬ ਨੇ ਜਿਹੜਾ ਉਚਾਰਨ ਕੀਤਾ ਹੈ ਲਿਖਿਆ ਹੋਇਆ ਹੈ। ਉਹ ਜਿਹੜਾ ਰਾਈਟਰ ਹੈ ਉਹ ਗਿਆਤ ਰਹਿ ਕੇ ਵੀ, ਜਿਹੜੇ ਆਪਣੇ ਉਪਨਿਸ਼ਦ ਹੈ ਉਹਨਾਂ ਦੇ ਰਿਸ਼ੀ ਵੀ ਤਾਂ ਗਿਆਤ ਹੀ ਨੇ ਨਾ। ਉਹਨਾਂ ਨੇ ਇਹ ਲਿਖਿਆ ਕਿ ਗੁਰੂ ਸਾਹਿਬ ਨੇ ਫਰਮਾਨ ਕੀਤੇ ਨੇ, ਉਹ 10 ਫਰਮਾਨ ਦੱਸ ਰਿਹਾ ਉਹਨਾਂ 'ਚ। ਤਾਂ ਹੁਣ ਅਸੀਂ ਉਹ ਫਰਮਾਨ ਜਿਹੜੇ ਨੇ ਗੁਰੂ ਸਾਹਿਬ ਦੇ, ਉਹ ਨਹੀਂ ਮੰਨੇ। ਗੁਰੂ ਸਾਹਿਬ ਦੇ ਹੁਕਮਨਾਮੇ ਵੀ ਨਕਲੀ ਕਹਿ ਦਿੱਤੀ ਹੈ। ਜਿੱਥੋਂ ਕੋਈ ਚੀਜ਼ ਦਾ ਸੂਹ ਮਿਲਦੀ ਹੈ ਨਾ, ਉਸ ਨੂੰ ਆਹਿਸਤਾ ਇਹ ਸੂਹ ਲੈ ਕੇ ਉਸ ਚੀਜ਼ ਨੂੰ ਨਮੁੱਕਰ ਹੋਣੇ ਸ਼ੁਰੂ ਹੋ ਗਏ। ਹੁਣ ਪਹਿਲਾ ਹੈਗਾ ਜਿਹੜਾ ਸੀ ਪ੍ਰੇਮ ਸਮਾਰਕ ਗ੍ਰੰਥ 1701 ਤੋਂ। ਦੂਸਰਾ ਗੁਰੂ ਸਾਹਿਬ ਦਾ ਆਪਣਾ ਸਮਕਾਲੀ ਕਵੀ ਹੈ, ਕਵੀ ਸੈਨਾਪਤ, 1711 ਦਾ।
ਹੁਣ ਇਹਦੀ ਤੁਸੀਂ ਗੁਰਸੋਭਾ ਗ੍ਰੰਥ ਪੜ੍ਹੋਗੇ ਤੇ ਇਸ ਦੀ ਜਿਹੜੀ ਪਹਿਲੀ ਪ੍ਰੀ ਖਾਲਸਾ ਪੀਰੀਅਡ ਬੈਟਲਸ ਨੇ ਸਾਰੀਆਂ, ਉਹ ਬਚਿੱਤਰ ਨਾਟਕ ਤੋਂ ਲਈਆਂ ਗਈਆਂ। ਔਰ ਉਸ ਤੋਂ ਬਾਅਦ ਖੁਦ ਕਹਿੰਦਾ ਕੁਛ ਸੁਣੀ ਕੁਛ ਕਹੀ, ਤੇ ਉੱਥੇ ਭੁਲੇਖਾ, ਉੱਥੇ ਚਮਕੌਰ ਦੀ ਬੈਟਲ ਦੇ ਵਿੱਚ ਸ਼ਹੀਦ ਹੋਏ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਦੇ ਜਿਹੜੇ ਚਿਣੇ ਗਏ, ਉਹਨਾਂ 'ਚ ਉਹਨੂੰ ਭੁਲੇਖਾ ਲੱਗਣਾ ਸ਼ੁਰੂ ਹੋ ਗਿਆ। ਤੇ ਇਹਦਾ ਬੜਾ ਕਲੀਅਰ ਕਿ ਉਸ ਕੋਲ ਸਰੋਤ ਸੀ, ਤੇ ਉਹਨੇ ਉਸ 'ਤੇ ਕੋਟ ਕੀਤਾ ਨਾ 1711 'ਚ ਜਦੋਂ ਤਿਆਰ ਕਰ ਰਿਹਾ ਆਪਣਾ ਗੁਰਸੋਭਾ ਗ੍ਰੰਥ, ਉਹ 'ਚ ਕੁਝ ਸਰੋਤ ਹੀ ਕੋਈ ਨਹੀਂ ਸੀ, ਲਿਖਤ ਹੀ ਕੋਈ ਨਹੀਂ ਸੀ। ਜਿਵੇਂ ਕਹਿੰਦੇ ਜੀ ਇਹ ਤਾਂ RSS ਦਾ ਗ੍ਰੰਥ ਆ, RSS 1925 'ਚ ਬਣਦੀ ਹੈ, 250 ਸਾਲ ਬਾਅਦ। ਤੇ ਉਹ ਆਪਣੇ ਸਰੋਤ 'ਚ ਪਾਤਸ਼ਾਹੀ 10ਵੀਂ ਕਰਕੇ ਕੋਟ ਵੀ ਕਰਦਾ ਹੈ, ਉਹਦਾ ਹਵਾਲਾ ਦੇ ਰਿਹਾ ਹੈ ਇਹ 1711 ਦੇ ਵਿੱਚ। ਫਿਰ ਕੋਇਰ ਸਿੰਘ ਗੁਰਬਿਲਾਸ ਪਾਤਸ਼ਾਹੀ 10ਵੀਂ 1751 ਦੇ ਵਿੱਚ, ਉਹ ਫਿਰ ਦਸਮ ਗ੍ਰੰਥ ਨੂੰ ਕੋਟ ਕਰਦਾ ਹੈ ਆਪਣੇ ਗੁਰਬਿਲਾਸ 'ਚ। ਹੁਣ ਉਹ ਤੋਂ ਵੀ ਨਮੁੱਕਰ ਹੋ ਜਾਓ। ਹੁਣ ਬੜੀ ਖੂਬੀ ਹੈ ਇਸ ਚੀਜ਼ ਦੀ ਕਿ ਜਿੱਥੇ ਸਰਦਾਰ ਸ਼ਮਸ਼ੇਰ ਸਿੰਘ ਸ਼ੋਕ ਦਸਮ ਗ੍ਰੰਥ ਦੇ ਅਗੇਂਸਟ ਇੱਕ ਕਿਤਾਬਚਾ ਤਿਆਰ ਕਰਦੇ ਨੇ, ਉਸ ਕਿਤਾਬਚੇ ਦੇ ਬੇਸ 'ਤੇ ਡਾਕਟਰ ਰਤਨ ਸਿੰਘ ਜੱਗੀ ਆਪਣੀ ਥੀਸਿਸ ਲਿਖਦੇ ਨੇ। ਉਹੀ ਸ਼ਮਸ਼ੇਰ ਸਿੰਘ ਸ਼ੋਕ ਜੀ ਇਸ ਦੇ ਜਿਹੜੇ ਕਵੀ ਸੈਨਾਪਤ ਦਾ ਜਦੋਂ ਗੁਰਸੋਭਾ ਗ੍ਰੰਥ ਨੂੰ ਐਡਿਟ ਕਰਦੇ ਨੇ ਸ਼੍ਰੋਮਣੀ ਕਮੇਟੀ ਲਈ, ਉਹਦੀ ਭੂਮਿਕਾ 'ਚ ਲਿਖੇ ਦਿੰਦੇ ਨੇ ਕਿ ਕਵੀ ਸੈਨਾਪਤੀ ਨੇ ਆਪਣੇ ਇਸ ਗ੍ਰੰਥ ਤਿਆਰ ਕਰਨ ਲਈ ਗੁਰੂ ਗੋਬਿੰਦ ਸਿੰਘ ਦੀ ਬਚਿੱਤਰ ਨਾਟਕ ਤੋਂ ਸਹਾਇਤਾ ਲਈ। ਐਵੇਂ ਕੋਇਰ ਸਿੰਘ ਦਾ ਗੁਰਬਿਲਾਸ ਪਾਤਸ਼ਾਹੀ 10ਵੀਂ ਹੈ। ਇਹਦੇ 'ਚ ਫਿਰ ਡਾਕਟਰ ਫੌਜਾ ਸਿੰਘ ਤੇ ਸ਼ਮਸ਼ੇਰ ਸਿੰਘ ਸ਼ੋਕ ਭੂਮਿਕਾ 'ਚ ਲਿਖਦੇ ਨੇ ਕਿ ਬਹੁਤ ਸਾਰੀ ਸਮੱਗਰੀ ਜਿਹੜੀ ਹੈ ਇਹ ਗ੍ਰੰਥ ਦੀ ਉਹਨੇ ਦਸਮ ਗ੍ਰੰਥ 'ਚੋਂ ਲਈ, ਬਚਿੱਤਰ ਨਾਟਕ 'ਚੋਂ ਲਈ। ਜਦ ਕਿ ਉਹੀ ਡਾਕਟਰ ਫੌਜਾ ਸਿੰਘ 1974 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਪ੍ਰਸੰਗ ਜਿਹੜਾ ਹੈ ਉਸ ਨੂੰ ਨਕਾਰ ਕੇ ਫਾਰਸੀ ਸਰੋਤਾਂ ਦੇ ਹਿਸਾਬ ਨਾਲ ਗੁਰੂ ਸਾਹਿਬ ਦਾ, ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪ੍ਰਸੰਗ ਲਿਖਿਆ ਤੇ ਹਾਰ ਕੇ ਮਾਫੀ ਮੰਗਣੀ ਪਈ। ਅਤੇ ਸ਼ਮਸ਼ੇਰ ਸਿੰਘ ਸ਼ੋਕ ਜੀ ਨੇ ਵੀ ਇਹੀ ਕੁਝ ਲਿਖਿਆ ਵੀ ਇਹ ਜਿਹੜੇ ਪ੍ਰਸੰਗ ਇਹਦੇ 'ਚ ਦਿੱਤੇ ਗਏ ਨੇ ਪ੍ਰੀ ਖਾਲਸਾ ਪੀਰੀਅਡ ਦੇ, ਉਹਦਾ ਸਰੋਤ ਜਿਹੜਾ ਗੁਰੂ ਦਸਮ ਗ੍ਰੰਥ ਹੀ ਹੈ, ਗੁਰੂ ਸਾਹਿਬ ਦਾ ਦਸਮ ਗ੍ਰੰਥ। ਫਿਰ ਸੁੱਖਾ ਸਿੰਘ ਗੁਰਬਿਲਾਸ ਪਾਤਸ਼ਾਹੀ 10ਵੀਂ 1797, ਮੇਰੇ ਕੋਲ ਓਰੀਜਨਲ ਵੀ ਘਰ ਪਿਆ। ਇਸ ਦਾ ਵੀ ਜਿਹੜਾ ਗੁਰਬਿਲਾਸ ਹੈ ਉਹਦੇ 'ਚ ਵੀ ਦਸਮ ਗ੍ਰੰਥ ਦੀ ਕੋਟ ਹੈ। ਫਿਰ ਦੂਸਰੇ ਇੱਕ ਸੁੱਖਾ ਸਿੰਘ ਨੇ ਜਿਹੜੇ ਗੁਰੂ ਸਾਹਿਬ ਨਾਲ ਅਨੰਦਪੁਰ ਸਾਹਿਬ ਹੋਏ, ਉਹਨਾਂ ਨੇ ਇੱਕ ਬੀੜ ਤਿਆਰ ਕੀਤੀ ਦਸਮ ਗ੍ਰੰਥ ਦੀ। ਜਦ ਸੁੱਖਾ ਸਿੰਘ ਦੇ ਗੁਰਬਿਲਾਸ ਵੀ ਦਸਮ ਪਾਤਸ਼ਾਹੀ ਦੀ ਜਿਹੜੀ ਹੈ ਬਚਿੱਤਰ ਨਾਟਕ ਕੋਟ ਕੀਤਾ ਜਾਂਦਾ, ਸਿਰਫ ਬਚਿੱਤਰ ਨਾਟਕ ਨਹੀਂ ਬਾਕੀ ਰਚਨਾਵਾਂ ਵੀ ਕੋਟ ਕੀਤੀਆਂ ਜਾਂਦੀਆਂ। ਫਿਰ ਅਸੀਂ ਉਹਨੂੰ ਬ੍ਰਾਹਮਣਵਾਦ ਕਹਿ ਦਿੰਦੇ। ਤੇ ਬ੍ਰਾਹਮਣਵਾਦ ਕੀ ਹੈ? ਇਹ ਸਿੱਖਾਂ ਦੇ ਨਵੇਂ ਉਤਪੰਨ ਹੋਏ ਬ੍ਰਾਹਮਣਾਂ ਨੂੰ ਵੀ ਪਤਾ, ਤੇ ਸ਼ਾਇਦ ਜਿਹੜੇ ਸਾਡੇ ਸਨਾਤਨ ਧਰਮ ਦੇ ਬ੍ਰਾਹਮਣ ਨੇ ਨਾ, ਉਹ ਇਹਨਾਂ ਨੂੰ ਪੁੱਛਣਗੇ ਵੀ ਸਾਨੂੰ ਤਾਂ ਭੁੱਲ ਗਿਆ ਬ੍ਰਾਹਮਣਵਾਦ ਕੀ ਹੈ, ਹੁਣ ਸਾਨੂੰ ਜਰਾ ਤੁਸੀਂ ਦੱਸ ਦਿਓ ਵੀ ਬ੍ਰਾਹਮਣਵਾਦ ਹੁੰਦਾ ਕੀ ਹੈ। ਉਹਨਾਂ ਨੂੰ ਐਕਸਪਲੇਨ ਕਰੋ, ਸਾਨੂੰ ਤਾਂ ਲੋੜ ਨਹੀਂ, ਸਾਨੂੰ ਗੁਰੂ ਨੇ ਐਕਸਪਲੇਨ ਕਰਕੇ ਦੱਸਿਆ ਹੈ ਬ੍ਰਾਹਮਣ ਕੌਣ ਹੈ। ਬ੍ਰਾਹਮਣ ਸੋਈ ਜੋ ਬਿੰਦੇ ਬ੍ਰਹਮ। ਫਿਰ ਇੱਕ ਹੋਰ ਜਿਹੜਾ ਸਰੋਤ ਹੈ, ਇਹ ਆਪ ਕੋਟ ਕਰਦੇ ਨੇ 1798 ਦਾ ਸਰੂਪ ਸਿੰਘ ਕੋਸ਼ਿਸ਼, ਗੁਰੂ ਕੀਆਂ ਸਾਖੀਆਂ। ਉਹਦੇ ਵਿੱਚ ਇੱਕ ਇੱਕ ਰਚਨਾ ਦਾ ਉਹਨੇ ਜ਼ਿਕਰ ਕੀਤਾ, ਇੱਕ ਇੱਕ ਰਚਨਾ ਦਾ। ਇਹ ਮੈਂ RSS ਤੋਂ ਪਹਿਲਾਂ ਦੇ ਦੱਸ ਰਿਹਾ ਵੀ 1925 'ਚ ਬਣਿਆ, ਜਦੋਂ ਗ੍ਰੰਥ ਕਹਿੰਦੇ ਕਿ RSS ਦਾ। ਅਤੇ 1798 'ਚੋਂ ਹਰੇਕ ਬਾਣੀ ਦਾ ਜੋ ਸੰਕਲਨ ਕਾਲ ਹੈ, ਰਚਨਾ ਕਾਲ, ਅਤੇ ਉਸ ਦੀ ਜ਼ਰੂਰਤ ਕਿਉਂ ਸੀ, ਉਹ ਦੇ ਰਿਹਾ। ਇਹ ਕਿਉਂਕਿ ਵਿਸ਼ਾ ਇੰਨਾ ਕਿ ਭਾਵੇਂ 100 ਘੰਟੇ ਦੀ ਆਪਾਂ ਵੀਡੀਓ ਬਣਾ ਲਈਏ ਇੱਕ ਸਰੋਤ ਦੇ ਉੱਤੇ। ਫਿਰ ਉਸ ਤੋਂ ਬਾਅਦ ਆ ਜਾਂਦੇ ਕੇਸਰ ਸਿੰਘ ਛਿੱਬਰ 1769-70 'ਚ, ਇਹਦੇ ਬੰਸਾਵਾਲੀ ਨਾਮਾ ਦਸਾਂ ਪਾਤਸ਼ਾਹੀ 'ਚ ਚੈੱਕ ਕਰ ਲਓ। ਪਾਤਸ਼ਾਹੀ 10ਵੀਂ ਕਰਕੇ ਬਚਿੱਤਰ ਨਾਟਕ ਕਰਕੇ ਉਹ ਕੋਟ ਕਰ ਰਿਹਾ, ਪਰ ਸਾਨੂੰ ਹਜ਼ਮ ਨਹੀਂ ਹੁੰਦਾ। ਪਰ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਨੂੰ ਦੀ ਜਿਹੜੀ ਹੈ ਇੰਪੋਰਟੈਂਸ ਉਹਨੂੰ ਘਟਾਉਣ ਲਈ ਉਹੀ ਜਿਹੜੇ ਵਿਰੋਧੀ ਧਿਰ ਦੇ ਖੜੇ ਸੀ, ਗੁਰਤੇਜ ਸਿੰਘ ਐਂਡ ਪਾਰਟੀ,
ਉਹ ਕੀ ਕਹਿ ਰਹੇ ਨੇ, ਇਹ 'ਚ ਛੋਟਾ ਗ੍ਰੰਥ ਲਿਖਿਆ ਜੀ। ਤੇ ਵੀ ਗੁਰੂ ਨੇ ਕਿਹੜਾ ਆਪਣੇ ਆਪ ਨੂੰ ਤਾਂ ਵੱਡਾ ਹੀ ਨਹੀਂ ਕਿਹਾ ਕਦੀ। ਗੁਰੂ ਤਾਂ ਜੇ ਅਕਾਲ ਪੁਰਖ ਬਾਚ ਕਰ ਰਿਹਾ, ਉਹ ਕਹਿੰਦਾ ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ। ਉਹ ਤਾਂ ਬਹੁਤ ਨਿਮਾਣੀ ਜੀ ਹਸਤੀ ਹੋ ਕੇ ਗੁਰੂ ਨੂੰ ਸੰਬੋਧਨ ਕਰਦੇ ਨੇ। ਗੁਰੂ ਨਾਨਕ ਦੇਵ ਜੀ ਵੀ ਇੰਝ ਹੀ ਕਰਦੇ ਨੇ। ਜਦੋਂ ਜੇ ਤੁਸੀਂ ਭਾਈ ਨੰਦ ਲਾਲ ਦਾ ਗੰਜਨਾਮਾ ਪੜ੍ਹੋ, ਉਹਨਾਂ ਨੇ ਵੀ ਇਸ ਤਰ੍ਹਾਂ ਕੀਤਾ। ਅਤੇ ਛੋਟਾ ਗ੍ਰੰਥ ਦਾ ਮਤਲਬ ਇਹ ਨਹੀਂ ਹੈ ਕਿ ਵੀ ਜਿਵੇਂ ਅਸੀਂ ਦੇਖਿਆ ਕਿ ਜਦੋਂ ਅਸੀਂ ਗ੍ਰੰਥ ਬਣਾ ਰਹੇ ਸੀ 1428 ਪੰਨੇ ਬਣਾਤੇ, ਕਿਉਂਕਿ ਉੱਧਰ 1430 ਸੀ ਗੁਰੂ ਗ੍ਰੰਥ ਸਾਹਿਬ ਦੇ। ਉਹਨੂੰ ਛੋਟਾ ਕਰਨ ਦੇ ਲਈ ਅਸੀਂ ਉਹਦੇ 'ਚੋਂ ਇੱਕ ਸਵਈਆ ਕੱਢਦਾ, ਜਾਕਰ ਜੋ ਜਪੇ ਨਿਸਬਾਸਰ, ਜਿਹੜੀ ਕਿ ਖਾਲਸਾ ਰਹਿਤ ਹੈ। ਦੂਸਰਾ ਅਸੀਂ ਉਹਦੇ 'ਚੋਂ ਕੱਢਤਾ ਤ੍ਰਿਆ ਚਰਿਤਰ ਪਾਖਿਆਨ ਦਾ ਇੱਕ ਚਰਿਤਰ 325 ਨੰਬਰ। ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚੋਂ ਇੱਕ ਦੋ ਚੀਜ਼ਾਂ ਹੋਰ ਜਿਹੜੀਆਂ ਇਹਨੇ ਕੱਢ ਦਿੱਤੀਆਂ ਅਤੇ ਉਹਨੂੰ 1428 ਪੰਨੇ ਦਾ ਬਣਾ ਦਿੱਤਾ। ਇਹ ਛੋਟਾ ਇੰਝ ਨਹੀਂ ਕਰੀ ਦਿੰਦਾ। ਛੋਟਾ ਦਾ ਲਿਟਰਲ ਭਾਵ ਨਹੀਂ, ਛੋਟਾ ਦਾ ਭਾਵ ਹੈ ਕਿ ਗੁਰੂ ਕਹਿੰਦਾ ਕਿ ਉਹ ਗ੍ਰੰਥ ਦੀ ਆਪਣੀ ਇੰਪੋਰਟੈਂਸ ਹੈ। ਅਤੇ ਭਾਈ ਮਨੀ ਸਿੰਘ, ਫਿਰ ਮੈਂ ਉਸ ਆ ਜਾਂਦਾ ਸਿੱਖਾਂ ਦੀ ਭਗਤਮਾਲ 1711-12 'ਚ, ਉਹਦੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਪ੍ਰਸ਼ਨ ਕਰਦੇ ਨੇ ਸਿੱਖ। ਉਹ ਕਥਾ ਜਦੋਂ ਕਰਦੇ ਨੇ, ਉਹ ਕਥਾ ਦੇ ਵਿੱਚੋਂ ਹੀ ਇਹ ਉਤਪੰਨ ਹੋਈਆਂ ਸਾਖੀਆਂ ਸਿੱਖਾਂ ਦੀ ਭਗਤਮਾਲ, ਜਿਹਨੂੰ ਭਗਤ ਰਤਨਾਲ ਵੀ ਕਿਹਾ ਜਾਂਦਾ। ਕਿ ਸਾਹਿਬ 10ਵੇਂ ਪਾਤਸ਼ਾਹ ਨੇ ਜੋ ਬਾਣੀ ਰਚੀ ਹੈ ਉਹ ਕਈ ਪ੍ਰਕਾਰ ਦੀ ਹੈ। ਜਿਹੜੀ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹ ਭਗਤਮਈ ਹੈ। ਤਾਂ ਫਿਰ ਭਾਈ ਮਨੀ ਸਿੰਘ ਜੀ ਨੇ ਦੱਸਿਆ ਕਿ ਵਕਤ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਯੁੱਧਮਈ ਬਾਣੀ ਰਚੀ, ਸੰਸਾਰਮਈ ਬਾਣੀ ਰਚੀ, ਭਗਤਮਈ ਬਾਣੀ ਰਚੀ। ਹੁਣ ਜਿਹੜੀ ਭਗਤਮਈ ਬਾਣੀ ਹੈ ਉਹ ਹੈ ਅਕਾਲ ਉਸਤਤ, ਜਾਪ ਸਾਹਿਬ, ਸਵਈਏ, ਜਿਹੜੇ ਜਿੰਨੇ ਵੀ ਇਹ ਅਵਤਾਰੀ ਸੰਗ੍ਰਹਿ ਨੇ, ਉਹਨਾਂ ਦੇ ਜਿਹੜੇ ਐਪੀਲੌਗ ਅਤੇ ਇੰਟਰੋਡਕਸ਼ਨਸ ਨੇ, ਮੰਗਲਾਚਰਨ, ਉਹ ਵੀ ਭਗਤਮਈ ਬਾਣੀ 'ਚ ਹੀ ਹੈ। ਗਿਆਨ ਪ੍ਰਬੋਧ ਵੀ ਹੈ ਭਗਤਮਈ ਬਾਣੀ ਦੇ ਵਿੱਚ ਹੀ ਹੈ। ਗਿਆਨ ਪ੍ਰਬੋਧ ਨੂੰ ਭਾਵੇਂ ਸੰਸਾਰਮਈ ਬਾਣੀ 'ਚ ਹੀ ਆਪਾਂ ਲਿਜਾ ਸਕਦੇ ਹਾਂ, ਠੀਕ ਹੈ। ਅਤੇ ਇਤਿਹਾਸਕ, ਹੁਣ ਇਤਿਹਾਸਕ ਜਿਹੜੀ ਹੈ ਉਹ ਹੈਗਾ ਜ਼ਫਰਨਾਮਾ। ਹੁਣ ਜ਼ਫਰਨਾਮਾ ਸਾਡੇ ਕੋਲ ਨਹੀਂ ਹੈ, ਫਤਿਹਨਾਮਾ ਨਹੀਂ ਹੈ ਸਾਡੇ ਕੋਲ। ਫਤਿਹਨਾਮਾ ਹਾਲੇ ਵੀ ਅਸੀਂ ਦਸਮ ਗ੍ਰੰਥ 'ਚ ਨਹੀਂ ਚੜ੍ਹਾਇਆ। ਇਹ ਸਾਨੂੰ ਚਮਕੌਰ ਦੀ ਬੈਟਲ ਦੀਆਂ ਪੂਰੀ ਡਿਟੇਲਸ ਦੇ ਰਹੀਆਂ ਨੇ। ਇੰਨੀ ਮੈਨਿਊਟ ਡਿਟੇਲ ਜਿਹੜੀ ਹੈ, ਕੌਣ ਕੌਣ ਬੰਦਾ ਸੀ, ਕਦੋਂ ਕਿਵੇਂ ਅਤੇ ਕਿਵੇਂ ਇਹ ਲੜਾਈ ਚੱਲੀ, ਉਹ ਕਿਸੇ ਵੀ ਸਰੋਤ 'ਚ ਨਹੀਂ ਮਿਲੇਗੀ। ਜਿਹੜੇ ਸਰੋਤ 'ਚ ਵੀ ਹੈ ਉਹ ਇੱਥੋਂ ਹੀ ਲਈ ਗਈ ਹੈ। ਹੁਣ ਭਾਈ ਮਨੀ ਸਿੰਘ ਨੇ ਦੱਸਤਾ ਵੀ ਇਹ ਜਿਹੜੇ ਨੇ ਬਾਣੀਆਂ ਇਹ ਕਿਉਂ ਰਚੀਆਂ ਗਈਆਂ। ਔਰ ਇਹਦੇ ਵਿੱਚ ਹੀ ਸਵਾਲ ਦਾ ਜਵਾਬ ਇੱਕ ਹੋਰ ਆ ਜਾਂਦਾ, ਜਿਹੜਾ ਇਹ ਕਹਿੰਦੇ ਨੇ ਕਿ ਜੀ ਇਸ ਦਾ ਪੁਰਾਤਨ ਨਾਮ ਬਚਿੱਤਰ ਨਾਟਕ ਗ੍ਰੰਥ ਸੀ ਅਤੇ ਦਸਮ ਗ੍ਰੰਥ ਬਾਅਦ 'ਚ ਪਿਆ। ਗੁਰੂ ਗ੍ਰੰਥ ਸਾਹਿਬ ਦਾ ਵੀ ਪੁਰਾਤਨ ਨਾਮ ਪੋਥੀ ਸਾਹਿਬ ਹੀ ਹੈ। 1604 ਤੋਂ ਲੈ ਕੇ 1708 ਤੱਕ ਜਿੰਨੀਆਂ ਵੀ ਪੋਥੀਆਂ ਤਿਆਰ ਆਈਆਂ ਗੁਰੂ ਸਾਹਿਬਾਂ ਦੇ ਦਸਤਖਤਾਂ ਦੇ ਹੇਠ ਵੀ ਉੱਥੇ ਤਤਕਰਾ ਪੋਥੀ ਸਾਹਿਬ ਕਾ, ਪੋਥੀ ਪਰਮੇਸ਼ਰ ਕਾ ਸਥਾਨ। ਇਹ ਵੀ ਬਾਅਦ 'ਚ ਹੀ ਲਿਆਇਆ ਗਿਆ ਹੈ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਟਾਈਟਲ ਖੁਦ ਦਿੱਤਾ। ਔਰ ਜੇ ਇਹਨਾਂ ਬੰਦਿਆਂ ਨੇ ਤਤਕਰਾ ਹੀ ਪੜ੍ਹਿਆ ਹੋਵੇ ਦਸਮ ਗ੍ਰੰਥ ਸਾਹਿਬ ਦਾ, ਅਤੇ ਇਹੋ ਜਿਹੀ ਹਿਮਾਕਤ ਨਾ ਕਰਦੇ। ਬਚਿੱਤਰ ਨਾਟਕ ਗ੍ਰੰਥ ਅਲੱਗ ਆ, ਉਹਦੀ ਸਮਾਪਤੀ ਹੈ, ਔਰ ਗੁਰੂ ਸਾਹਿਬ ਸਮਾਪਤੀ ਦੱਸਦੇ ਨੇ ਉਹਦੀ ਕਦੋਂ ਕੁਝ ਕਰ ਰਹੇ ਨੇ। ਸ਼ਸਤਰਨਾਮ ਮਾਲ ਪੁਰਾਣ ਗ੍ਰੰਥ ਇੱਕ ਅਲੱਗ ਹੈ, ਉਸ 'ਤੇ ਫਿਰ ਰਹਿ ਗਿਆ ਗ੍ਰੰਥ ਸੁਧਾਰਾ। ਹਰੇਕ ਜਿਹੜਾ ਰਚਨਾ ਹੈ ਨਾ, ਇੱਕ ਸੁਤੰਤਰ ਗ੍ਰੰਥ ਹੈ, ਉਸ ਦੇ ਉੱਤੇ ਫਿਰ ਤ੍ਰਿਆ ਚਰਿਤਰ ਪਾਖਿਆਨ ਗ੍ਰੰਥ ਅਲੱਗ ਹੈ। ਉਸ ਦਾ ਫਿਰ ਉਹਦਾ ਪਿੱਛੇ ਜਿਹੜੇ ਐਪੀਲੌਗ ਦਿੰਦੇ ਨੇ, ਉਹ 'ਚੋਂ ਗ੍ਰੰਥ ਨੂੰ ਫਿਰ ਲਫ਼ਜ਼ ਯੂਜ਼ ਹੁੰਦਾ। ਅਤੇ ਇਹਦੇ 'ਚ ਤਾਂ ਕਈ ਸੁਤੰਤਰ ਗ੍ਰੰਥ ਨੇ, ਤਾਂ ਉਹਨੂੰ ਇੱਕ ਬਚਿੱਤਰ ਨਾਟਕ ਗ੍ਰੰਥ ਕਿਵੇਂ ਕਹਿ ਦੋਗੇ। ਜਦ ਕਿ ਜਿਹੜੇ ਬਾਬਾ ਵਿਨੋਦ ਸਿੰਘ ਨੇ, ਉਹਨਾਂ ਦੀ ਜਿਹੜੀ ਉਹਨਾਂ ਨੇ ਬੀੜ ਤਿਆਰ ਕੀਤੀ, ਉਹਦਾ ਟਾਈਟਲ ਵੀ ਸੀ 10ਵੇਂ ਪਾਤਸ਼ਾਹ ਕਾ ਗ੍ਰੰਥ। ਹੁਣ ਜਾਂ ਤਾਂ 10ਵੇਂ ਪਾਤਸ਼ਾਹ ਨੂੰ ਅਸੀਂ ਗੁਰੂ ਨਾ ਮੰਨੀਏ, ਪਾਤਸ਼ਾਹ ਨਾ ਮੰਨੀਏ, ਅਤੇ ਉਹਦੀ ਰਚਨਾ ਤੋਂ ਫਿਰ ਨਮੁੱਕਰ ਹੋਣਾ ਤਾਂ ਕੋਈ ਗੱਲ ਨਹੀਂ।
ਤੇ ਜਿਹੜੇ ਉਹਨੂੰ 10 ਗੁਰੂਆਂ ਦੀ ਇੱਕ ਜੋਤ ਮੰਨਦੇ ਨੇ, ਗੁਰੂ ਗੋਬਿੰਦ ਸਿੰਘ ਨੂੰ, ਉਹਨਾਂ ਲਈ ਉਹ ਉਹਨਾਂ ਦੀ ਸ਼ਬਦ ਮੂਰਤ ਹੈ। ਤੇ ਹੁਣ ਇਹ ਪੁੱਛੇ ਵੀ ਗੁਰੂ ਸਾਹਿਬ ਨੂੰ ਲੋੜ ਕੀ ਪਈ, ਤੇ ਗੁਰੂ ਸਾਹਿਬ ਨੂੰ ਇਹਦਾ ਮਤਲਬ ਕਿ ਅਕਾਲ ਤਖਤ ਸਾਹਿਬ ਦੀ ਕਿਉਂ ਲੋੜ ਪਈ? ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਆਪਣੀ ਧਰਮ ਦੀ ਐਵੋਲੂਸ਼ਨ ਦੇ ਲਈ ਉਹ 10 ਜੋਤਾਂ ਦਾ ਜਿਹੜਾ ਪ੍ਰਗਟਾਵਾ ਕੀਤਾ, ਕਿਉਂ ਕੀਤਾ? ਕਿਉਂ ਦਾ ਤਾਂ ਕੁਝ, ਕਿਉਂ ਦਾ ਤਾਂ ਸਵਾਲ ਤੁਸੀਂ ਲੱਭਣਾ। ਗੁਰੂ ਨੇ ਤਾਂ ਕੀਤਾ, ਤੇ ਗੁਰੂ ਦੇ ਕੀਤੇ ਦੇ ਉੱਤੇ ਫੁੱਲ ਚੜਾਏ ਜਿਨ੍ਹਾਂ ਨੇ ਮੱਥਾ ਟੇਕਿਆ ਉਹ ਤਾਂ ਪ੍ਰਫੁੱਲਤ ਹੋਏ, ਜਿਨ੍ਹਾਂ ਨੇ ਮੱਥਾ ਲਾਇਆ ਉਹ ਮਾਰ ਖੱਪ ਗਏ। ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਕਿ ਮੈਂ ਆਪਣੇ ਜਿਹੜਾ ਧਰਮ ਹੈ ਉਹ ਫਿਰ ਜਿਵੇਂ ਕਬੀਰਪੰਥੀ ਜਿੰਨੇ ਵੀ ਹੋਏ ਨੇ ਉਸ ਵਕਤ ਉਹ ਪੰਥ ਸੀ, ਉਹ ਕਿਉਂ ਰੁਲੇ? ਕਿ ਉਹਨਾਂ ਦੇ ਅੱਗੇ ਇੰਸਟੀਚੂਲਾਈਜ਼ ਨਹੀਂ ਕੀਤਾ ਸੀ ਪੰਥ, ਅੱਗੇ ਸਕਸੈਸਰ ਨਹੀਂ ਸੀ ਕਿ ਜ਼ਰੂਰਤ ਮੁਤਾਬਕ ਉਸ ਦੀ ਰੱਖਿਆ ਕੀਤੀ ਜਾਵੇ, ਉਸ ਨੂੰ ਅੱਗੇ ਵਧਾਇਆ ਜਾਵੇ। ਤੇ ਫਿਰ ਆਪਾਂ ਤਾਂ ਕਹਾਂ ਬਈ ਜੀ ਹਰਿਮੰਦਰ ਸਾਹਿਬ ਸੀ, ਅਕਾਲ ਤਖਤ ਸਾਹਿਬ ਦੀ ਕੀ ਲੋੜ ਸੀ? ਅਕਾਲ ਤਖਤ ਸਾਹਿਬ ਦੀ ਫਿਰ ਕੀ ਲੋੜ ਸੀ? ਗੁਰੂ ਗ੍ਰੰਥ ਸਾਹਿਬ ਮੇਰਾ ਹਰਿਮੰਦਰ ਹੈ ਤੇ ਦਸਮ ਗ੍ਰੰਥ ਮੇਰਾ ਅਕਾਲ ਤਖਤ ਸਾਹਿਬ, ਤੇ ਦੋਵੇਂ ਇੱਕ ਦੂਜੇ ਦੇ ਬਿਨਾਂ ਅਧੂਰੇ ਨੇ। ਇੱਥੋਂ ਹੀ ਸਿਧਾਂਤ ਉਤਪੰਨ ਹੋ ਰਿਹਾ ਮੀਰੀ ਤੇ ਪੀਰੀ ਦਾ। ਇਸੇ ਲਈ ਜਿਹੜੀ ਪੀਰੀ ਆ ਉੱਤੇ ਹੈ ਲੇਕਿਨ ਮੀਰੀ ਥੱਲੇ ਹੈ, ਤੇ ਗੁਰੂ ਗੋਬਿੰਦ ਸਿੰਘ ਨੇ ਇਸੇ ਲਈ ਆਪਣੇ ਆਪ ਨੂੰ ਛੋਟਾ ਗ੍ਰੰਥ ਕਿਹਾ। ਹੁਣ ਇਸ ਤੋਂ ਇਲਾਵਾ ਸਰੂਪ ਦਾਸ ਭੱਲਾ ਦਾ ਮਹਿਮਾ ਪ੍ਰਕਾਸ਼ 1776, ਹੁਣ ਇਹਦੇ 'ਚ ਵੀ ਦਸਮ ਗ੍ਰੰਥ ਨੂੰ ਕੋਟ ਕੀਤਾ ਜਾ ਰਿਹਾ, ਦਸਮ ਗ੍ਰੰਥ ਦੀਆਂ ਬਾਣੀਆਂ ਦਾ ਜ਼ਿਕਰ ਆ ਰਿਹਾ। ਬਸ ਬਿਨਾਂ ਸਰੋਤ ਪੜ੍ਹੇ ਅਸੀਂ ਇਹ ਕਹਿ ਦਈਏ ਕਿ ਬਸ ਜੀ ਇਹਦਾ ਤਾਂ ਕੋਈ ਸਰੋਤ ਹੀ ਹੈ ਨਹੀਂ, ਇਹਦਾ ਕੋਈ ਆਧਾਰ ਹੀ ਨਹੀਂ। ਇਹ ਚੰਡੀਗੜ੍ਹ ਤੋਂ ਹੋਇਆ ਸੀ ਰੂਪ। ਸਰਦਾਰ ਦਲਜੀਤ ਸਿੰਘ ਬਹੁਤ ਸਿਆਣੇ ਸਾਡੇ ਰਾਈਟਰਾਂ 'ਚੋਂ ਸਨ, ਪਰ ਪਤਾ ਨਹੀਂ ਕਿਹੜੀ ਮਜਬੂਰੀ 'ਚ ਉਹਨਾਂ ਨੂੰ ਇਹ ਕਹਿਣਾ ਪਿਆ, ਨਾਲ ਸਰਦਾਰ ਜਗਜੀਤ ਸਿੰਘ, ਵੀ ਇਸ ਦਾ ਕੋਈ ਬੇਸ ਹੀ ਹੈ ਨਹੀਂ। ਵੀ ਬੇਸ ਤੁਸੀਂ ਆਪਣਾ ਪਹਿਲਾਂ ਲੱਭ ਲਓ। ਜੇ ਇਨਸਾਨ ਨੂੰ ਆਪਣਾ ਆਧਾਰ ਨਹੀਂ ਪਤਾ, ਆਪਣਾ ਮੂਲ ਨਹੀਂ ਪਤਾ, ਆਪਣੀ ਆਤਮਾ ਦਾ ਨਹੀਂ ਪਤਾ, ਤੇ ਉਹ ਫਿਰ ਸਭ ਨੁਕਸ ਹੀ ਕੱਢੇਗਾ। ਜਿਸ ਕੋਲ ਆਤਮਾ ਹੈ ਉਹਨੇ ਮਰੀ ਨਹੀਂ, ਉਹਨੂੰ ਸਭ ਸੱਚ ਜਿਹੜਾ ਆਪਣੇ ਆਪ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਹੁਣ ਸਰੂਪ ਦਾਸ ਭੱਲਾ ਵੀ ਜ਼ਿਕਰ ਕਰਦਾ, ਫਿਰ ਕਵੀ ਸੰਤੋਖ ਸਿੰਘ 1843 'ਚ ਉਹ ਜ਼ਿਕਰ ਕਰਦਾ, ਫਿਰ ਸੇਵਾ ਸਿੰਘ ਪਰਚੀਆਂ ਸੇਵਾਦਾਸ, ਇਹ ਵੀ ਸਾਹ ਗੁਰਤੇਜ ਸਿੰਘ ਨੇ ਟਰਾਂਸਲੇਟ ਕੀਤੀ ਹੈ, ਤੇ ਕਹਿੰਦੇ ਜੀ ਸਮਕਾਲੀ ਹੈ ਇਹ, ਗੁਰੂ ਗੋਬਿੰਦ ਸਿੰਘ ਦੇ ਵੇਲੇ ਦਾ ਸਮਕਾਲੀ ਸਰੋਤ ਮੰਨਦੇ ਨੇ, ਅੰਗਰੇਜ਼ੀ 'ਚ ਟਰਾਂਸਲੇਟ ਕੀਤਾ, ਪਰ ਇਹਦੇ 'ਚ ਫਿਰ ਉਹ ਜ਼ਿਕਰ ਆਉਂਦਾ ਦਸਮ ਗ੍ਰੰਥ ਦੀ ਬਾਣੀ ਦਾ, ਪ੍ਰਮਾਣਿਕ ਬਾਣੀ ਹੈ, ਤੇ ਫਿਰ ਫੁੱਟਨੋਟ ਦਿੰਦੇ। ਫੁੱਟਨੋਟ ਕਿਉਂ ਨਹੀਂ ਦਿੱਤਾ ਕਿ ਬਈ ਆਹ ਜਿਹੜਾ ਹੈ ਮੈਂ ਇਸ ਦੇ ਨਾਲ ਸਹਿਮਤ ਨਹੀਂ, ਤੇ ਕਿਉਂ ਨਹੀਂ ਸਹਿਮਤ? ਜੱਜ ਜਦੋਂ ਜੱਜਮੈਂਟ ਦਿੰਦਾ ਨਾ, ਉਹਨੂੰ ਦੱਸਣਾ ਪੈਂਦਾ ਕਿ ਮੈਂ ਕਿਹੜੇ ਪੱਖ ਦੀ ਗੱਲ ਨੂੰ ਮੰਨਦਾ ਤੇ ਕਿਉਂ ਮੰਨਦਾ। ਉਹਨੂੰ ਸਪੀਕਿੰਗ ਆਰਡਰ ਕਿਹਾ ਜਾਂਦਾ ਲੀਗਲ ਲੈਂਗੁਏਜ 'ਚ, ਕਾਨੂੰਨੀ ਭਾਸ਼ਾ 'ਚ, ਤੇ ਜੋ ਨਹੀਂ ਕਹਿੰਦਾ ਤੇ ਅਗਲੀ ਕੋਰਟ 'ਚੋਂ ਜਿਹੜਾ ਉਹਦਾ ਦਿੱਤਾ ਫੈਸਲਾ ਉਹ ਰੱਦ ਹੋ ਜਾਂਦਾ। ਹੁਣ ਤੁਸੀਂ ਇੱਥੇ ਕਿਉਂ ਨਹੀਂ ਕਹਿ ਦੱਸਦੇ ਕਿ ਬਈ ਇਹ ਤਾਂ ਗਲਤ ਲਿਖਾ ਰਿਹਾ, ਮੈਂ ਇਸ ਦੇ ਨਾਲ ਸਹਿਮਤ ਨਹੀਂ, ਤੇ ਕਿਉਂ ਨਹੀਂ ਸਹਿਮਤ? ਇਹ ਵੀ ਨਹੀਂ ਕਿਹਾ। ਫਿਰ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਇਹ ਵੀ ਗੁਰਤੇਜ ਸਿੰਘ ਰਾਂ ਨੇ ਅੰਗਰੇਜ਼ੀ 'ਚ ਟਰਾਂਸਲੇਟ ਕੀਤਾ 2 ਵਾਲੀਅਮ 'ਚ। ਇੱਥੇ ਵੀ ਕਿਤੇ ਨੋਟ ਨਹੀਂ, ਆਫਿਸ ਨੋਟ ਨਹੀਂ ਦਿੱਤਾ ਕਿ ਵੀ ਇਹ ਮੈਂ ਨਹੀਂ ਮੰਨਦਾ, ਤੇ ਕਿਉਂ ਨਹੀਂ ਮੰਨਦਾ। ਇਹ ਤਾਂ ਗੁਰੂ ਸਾਹਿਬ ਦੀ ਬਾਣੀ ਨਹੀਂ ਹੈ, ਤੇ ਮੈਂ ਮੰਨਦਾ ਨਹੀਂ। ਰਤਨ ਸਿੰਘ ਭੰਗੂ ਨੇ ਕਿਵੇਂ ਮੰਨ ਲਿਆ? ਲਿਖਦਾ, ਤੇ ਬਹੁਤ ਪੁਰਾਣੀ ਗੱਲ ਹੈ, ਮੈਂ ਹੁਣ ਯਾਦ ਨਹੀਂ ਈਅਰ, ਪੰਜਾਬ ਹਿਸਟਰੀ ਕਾਨਫਰੰਸ ਪ੍ਰੋਸੀਡਿੰਗਸ ਹੁੰਦੀਆਂ ਹਰ ਸਾਲ ਪੰਜਾਬੀ ਯੂਨੀਵਰਸਿਟੀ 'ਚ, ਉੱਥੇ ਰਤਨ ਸਿੰਘ ਭੰਗੂ ਦੇ ਪੂਰਾ ਸੋਹਲੇ ਗਾਏ ਹੋਏ ਨੇ, ਸਰਦਾਰ ਗੁਰਤੇਜ ਸਿੰਘ ਨਹੀਂ। ਉਦੋਂ ਹੀ ਕਹਿ ਦਿੰਦੇ ਵੀ ਇੱਥੇ ਠੀਕ ਕਹਿ ਰਿਹਾ, ਗਲਤ ਕਹਿ ਰਿਹਾ, ਇਹ ਠੀਕ ਨਹੀਂ ਕਹਿ ਰਿਹਾ। ਇੱਕ ਹੋਰ ਐਗਜ਼ਾਮਪਲ ਦੇਣਾ, ਜਿਵੇਂ ਡਾਕਟਰ ਰਤਨ ਸਿੰਘ ਜੱਗੀ ਨੇ ਭਾਈ ਮਨੀ ਸਿੰਘ ਦੀ ਚਿੱਠੀ ਦੇ ਕਿੰਤੂ ਪਰੰਤੂ ਕੀਤੇ ਸੀ ਨੇ, ਜੋ ਉਹੀ ਗੁਰਤੇਜ ਸਿੰਘ ਨੇ ਕੀਤੇ। ਪਰ ਫਤਿਹਗੜ੍ਹ ਸਾਹਿਬ
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ 37ਵਾਂ ਬਰਥਡੇ ਮਨਾਉਣਾ ਸੀ। ਉੱਥੇ ਇਹੀ ਗੁਰਤੇਜ ਸਿੰਘ ਇਹੀ ਚਿੱਠੀ ਨੂੰ ਦੇ ਹਵਾਲੇ ਨਾਲ, ਭਾਈ ਮਨੀ ਸਿੰਘ ਦੀ ਚਿੱਠੀ ਦੇ ਹਵਾਲੇ ਨਾਲ ਉੱਥੇ ਸਾਰਾ ਇਤਿਹਾਸ ਦੱਸ ਰਿਹਾ। ਉਹਦੀ ਵੀਡੀਓ ਮੇਰੇ ਕੋਲ ਪਈ ਹੈ। ਸੱਚੇ ਨੂੰ ਬੋਲਣ ਲੱਗਿਆਂ ਕੁਝ ਝੁਕਾਟ ਨਹੀਂ ਹੁੰਦੀ, ਝੂਠ ਵਾਲੇ ਨੂੰ ਹੁੰਦੀ ਹੈ। ਇਸ ਲਈ ਪੋਲੀਗ੍ਰਾਫਿਕ ਟੈਸਟ ਜਿਹੜਾ ਨਾ ਲਾਈ ਡਿਟੈਕਟਰ, ਉਹਦੇ ਹੀ ਹੁੰਦਾ ਕਿ ਉਹਦੀ ਸੂਈ ਫਿਰ ਮੁੜਨੀ ਸ਼ੁਰੂ ਹੋ ਜਾਂਦੀ ਹੈ ਕਿ ਕੋਈ ਝੂਠ ਬੋਲ ਰਿਹਾ, ਉਹਨੂੰ ਪਤਾ ਨਹੀਂ ਵੀ ਮੈਂ ਪਹਿਲਾਂ ਕੀ ਕਿਹਾ ਸੀ, ਅਤੇ ਜੇ ਪਹਿਲਾਂ ਕੀ ਕਿਹਾ ਤਾਂ ਹੁਣ ਕੀ ਕਿਹਾ। ਉਹ ਝੂਠ ਵਾਲੇ 'ਚ ਹੀ ਫਰਕ ਆਏਗਾ, ਸੱਚੇ ਬੰਦੇ ਦੀ ਸਟੇਟਮੈਂਟ 'ਚ ਫਰਕ ਨਹੀਂ ਆਏਗਾ। ਫਿਰ ਉਸ ਤੋਂ ਬਾਅਦ ਹੈ ਸੰਤ ਬਾਬਾ ਸ਼ਾਮ ਸਿੰਘ, 125 ਸਾਲ ਦੀ ਉਮਰ 'ਚ ਦੇਹਾਂਤ ਹੁੰਦਾ ਉਹਨਾਂ ਦਾ, ਅਕਾਲ ਚਲਾਣਾ ਕਰਦੇ ਨੇ। ਅਤੇ 70 ਸਾਲ ਦਰਬਾਰ ਸਾਹਿਬ ਸਰੰਦੇ 'ਤੇ ਕੀਰਤਨ ਕਰਦੇ ਨੇ। 70 ਸਾਲ ਕੀਰਤਨ ਸਰੰਦੇ 'ਤੇ ਕਰਨਾ ਕੋਈ ਸੌਖਾ ਕੰਮ ਨਹੀਂ ਸੀ, ਉਹ ਵੀ ਦਰਬਾਰ ਸਾਹਿਬ ਇੱਕ ਰਿਕਾਰਡ ਹੈ। ਅਤੇ ਆਹ ਜਿਹੜੇ ਰਾਗੀ ਦਰਸ਼ਨ ਸਿੰਘ ਵਰਗੇ ਨੇ ਨਾ, ਇਹਨਾਂ ਦੀ ਉਨੀ ਉਮਰ ਨਹੀਂ ਹੈ ਜਿੰਨੀ ਉਹਨਾਂ ਨੇ ਉੱਥੇ ਕੀਰਤਨ ਕੀਤਾ, ਅਤੇ ਫਿਰ ਰਾਗਾਂ 'ਚ ਕੀਤਾ, ਵਾਜੇ 'ਤੇ ਨਹੀਂ ਕੀਤਾ, ਸਰੰਦੇ 'ਤੇ ਕੀਤਾ, ਤੰਤੀ ਸਾਜ਼ 'ਤੇ ਕੀਤਾ। ਉਹਨਾਂ ਦੀ ਇੱਕ ਪੁਸਤਕ ਹੱਥ ਲਿਖਤ ਹੈ, ਭਗਤ ਪ੍ਰੇਮ ਪ੍ਰਕਾਸ਼, ਉਹਦਾ ਖਰੜਾ ਮੇਰੇ ਕੋਲ ਪਿਆ। ਉਹ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਦੇ ਨੇ। ਉਹ ਇਹ ਦੱਸਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ, ਮੈਂ ਹੁਣ ਦੇਖ ਲਓ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ 1845-46 ਤੱਕ ਉਹਨੂੰ ਗਿਣ ਲਓ, ਕਿ ਜਦੋਂ ਕੋਈ ਨਗਰ ਕੀਰਤਨ ਨਿਕਲਦਾ ਸੀ ਅਤੇ ਦੋਹਾਂ ਗ੍ਰੰਥਾਂ ਦਾ ਪ੍ਰਕਾਸ਼ ਹੁੰਦਾ ਸੀ। ਅਕਾਲ ਤਖਤ ਸਾਹਿਬ ਹੁੰਦਾ ਸੀ ਪ੍ਰਕਾਸ਼, ਔਰ ਤਖਤਾਂ ਦਾ ਜਿਹੜਾ ਆਰਕੀਟੈਕਟ ਹੈ ਤੁਸੀਂ ਉਹ ਵੀ ਦੇਖੋ। ਦਰਬਾਰ ਸਾਹਿਬ ਜਾਈਏ ਆਪਾਂ ਅੰਮ੍ਰਿਤਸਰ, ਅਤੇ ਸਿੱਧਾ ਸਾਹਮਣੇ ਜਾ ਕੇ ਆਪਾਂ ਮੱਥਾ ਟੇਕਦੇ ਹਾਂ, ਕਿਉਂਕਿ ਉੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਲੇਕਿਨ ਜਿਹੜੇ ਤਖਤ ਨੇ ਉਹ ਮੀਰੀ ਪੀਰੀ ਦੇ ਸਿਧਾਂਤ ਨੂੰ ਦੀ ਤਰਜਮਾਨੀ ਕਰਦੇ ਨੇ, ਮੀਰੀ ਪੀਰੀ ਦੇ ਸਿਧਾਂਤ ਦੀ। ਉਹਦਾ ਫਿਰ ਆਰਕੀਟੈਕਟ ਅਲੱਗ ਹੈ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ, ਦੂਸਰੇ ਪਾਸੇ ਦਸਮ ਗ੍ਰੰਥ ਸਾਹਿਬ, ਸਾਹਮਣੇ ਸ਼ਸਤਰ ਨੇ ਸੈਂਟਰ 'ਚ। ਅਕਾਲ ਤਖਤ ਸਾਹਿਬ ਜਗ੍ਹਾ ਖਾਲੀ ਪਈ ਹੈ, ਕੇਸਗੜ੍ਹ ਸਾਹਿਬ ਜਗ੍ਹਾ ਖਾਲੀ ਪਈ ਹੈ, ਠੀਕ ਹੈ। ਲੇਕਿਨ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਖਾਲੀ ਨਹੀਂ ਪਈ। ਪੌਂਟਾ ਸਾਹਿਬ ਵੀ ਸੀ ਜਿਹੜਾ ਇਹ ਪ੍ਰਕਾਸ਼। ਪੌਂਟਾ ਸਾਹਿਬ ਹੁਣ ਤਾਂ ਇਹਨਾਂ ਨੇ ਸਿੱਧਾ ਕਰਤਾ ਨਾ ਜਿਹੜਾ ਗੁਰੂ ਦਰਬਾਰ, ਵਰਨਾ ਉਹ ਇੱਕ ਉਹਦੇ ਅੰਦਰ ਇੱਕ ਕਮਰਾ ਸੀ ਜਿਹੜਾ ਕਿ ਬਾਬਾ ਅਜੀਤ ਸਿੰਘ ਦਾ ਜਨਮ ਸਥਾਨ ਗਿਣਿਆ ਜਾਂਦਾ। ਉੱਥੇ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਮਹੰਤਾਂ ਦਾ ਮਾਮਾ ਸਾਹ ਕਰਮ ਸਿੰਘ, ਮੇਰੇ ਨਾਨਕੇ ਉੱਥੇ ਰਹੇ, ਮੈਂ ਬਚਪਨ 'ਚ ਦੇਖਿਆ। ਮਹੰਤਾਂ ਦਾ ਮਾਮਾ ਸਾਹ ਕਰਮ ਸਿੰਘ ਤੋਂ ਇਲਾਵਾ ਅੰਦਰ ਕੋਈ ਨਹੀਂ ਜਾ ਸਕਦਾ ਸੀ। ਅੱਜ ਉਹ ਕਾਰ ਸੇਵਾ ਦੇ ਵਿੱਚ ਉਹ ਪੂਰਾ ਜਿਹੜਾ ਬਾਬਾ ਜੀ, ਪਹਿਲੀ ਗੱਲ ਹੈ ਬਾਬਾ ਅਜੀਤ ਸਿੰਘ ਦਾ ਜਨਮ ਸਥਾਨ ਕਮਰਾ ਢਾਹ ਦਿੱਤਾ ਗਿਆ, ਅਤੇ ਪ੍ਰਕਾਸ਼ ਤਖਤ ਦਸਮ ਗ੍ਰੰਥ ਚੁੱਕਿਆ ਗਿਆ। ਠੀਕ। ਅਤੇ ਉਹ ਜਿਹੜੇ ਨਿਹੰਗ ਸਿੰਘ ਸੀ ਉਹ ਵੀ ਇਸ ਸਾਈਡ 'ਤੇ ਬਹਿ ਕੇ ਪਾਠ ਕਰ ਰਹੇ ਸੀ। ਅਖੰਡ ਪਾਠ ਜਦੋਂ ਗੋਲੀਆਂ ਚੱਲੀਆਂ, ਅਤੇ ਜਦੋਂ ਆਪਾਂ ਇੰਝ ਜਾਂਦੇ ਹਾਂ ਨਾ, ਅਤੇ ਰਾਈਟ ਸਾਈਡ 'ਤੇ ਜਿਹੜੀਆਂ ਨਾ ਗੋਲੀਆਂ ਦੇ ਨਿਸ਼ਾਨ ਸਨ। ਜੇ ਸਾਹਮਣੇ ਉਹਦੀ ਉਸ ਵਕਤ ਵੀ ਪ੍ਰਕਾਸ਼ ਹੋਇਆ ਹੁੰਦਾ ਅਤੇ ਸਾਹਮਣੇ ਕਿਤੇ ਗੋਲੀ ਲੱਗਦੀ ਜਿਹੜਾ ਕਿ ਢਾਹ ਚੁੱਕੇ। ਹੁਣ ਇਸ ਤੋਂ ਬਾਅਦ ਆਉਂਦਾ ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼ 1880, ਤਵਰੀਖ ਗੁਰੂ ਖਾਲਸਾ। ਉਹ ਫਿਰ ਉਹ ਗੁਰੂ ਦਸਮ ਗ੍ਰੰਥ ਨੂੰ ਮੰਨ ਰਿਹਾ ਔਰ ਕੋਟ ਕਰ ਰਿਹਾ ਹਰੇਕ ਚੀਜ਼ ਨੂੰ। ਫਿਰ ਇੱਕ ਹਜ਼ੂਰੀ ਰਹਿਤਨਾਮਾ ਭਾਈ ਦੇਸਾ ਸਿੰਘ ਦਾ। ਇਸ ਤੋਂ ਇਲਾਵਾ ਮੈਂ ਕਹਿੰਦਾ ਸੇਵਾ ਸਿੰਘ ਸ਼ਹੀਦ ਵਿਲਾਸ ਹੈ, ਸ਼ਹੀਦ ਵਿਲਾਸ ਭਾਈ ਮਨੀ ਸਿੰਘ, ਉਹ ਵੀ ਜ਼ਿਕਰ ਕਰ ਰਿਹਾ। ਅਤੇ ਜਿਹੜਾ ਹਜ਼ੂਰੀ ਰਹਿਤਨਾਮਾ ਭਾਈ ਦੇਸਾ ਸਿੰਘ ਦਾ, ਉਸ ਦੇ ਵਿੱਚ ਉਹ ਦੱਸ ਰਿਹਾ ਕਿ ਗੁਰੂ ਮਹਾਰਾਜ ਮੈਨੂੰ ਦਰਸ਼ਨ ਦਿੰਦੇ ਨੇ, ਅਤੇ ਜਿਸ ਇਹ ਉਹਨਾਂ ਨੇ ਦੱਸਿਆ ਵੀ ਇਹ ਰਚਨਾਵਾਂ ਮੈਂ ਰਚੀਆਂ, ਔਰ ਉਹ ਰਚਨਾਵਾਂ ਦਾ ਤਰਤੀਬ ਦੇਖ ਲਓ, ਉਸੇ ਤਰਤੀਬ ਦੀ 'ਚ ਉਹ ਉਹਨਾਂ ਦੀ ਸਮਾਪਤੀ ਹੈ। ਉਹ ਤਰਤੀਬ ਵੀ ਬਿਲਕੁਲ ਉਸ ਹੈ। ਇਸੇ ਤਰ੍ਹਾਂ ਹੀ ਸੂਚਕ ਪ੍ਰਸੰਗ ਭਾਈ ਬਹਿਲੋ ਜੀ ਦਾ, ਉਹਦੇ 'ਚ ਵੀ ਉਹਨਾਂ ਨੇ ਜਿਹੜੀ ਭਾਈ ਬਾਲਾ ਦੀ ਜਨਮ ਸਾਖੀ ਦੀਆਂ ਅਸਲੀ ਸਾਖੀਆਂ ਨੇ, ਮਿਲਾਵਟ ਛੱਡ ਕੇ ਉਹਨਾਂ ਦਾ ਜ਼ਿਕਰ ਉਸ ਤਰਤੀਬ 'ਚ ਹੀ ਕਰਦੇ ਨੇ। ਉਹ ਵੀ ਇਹ ਸਰੋਤ ਐਵੇਂ ਨਹੀਂ ਬਣ ਜਾਂਦੇ ਜਿਨ੍ਹਾਂ ਦਾ ਅਸੀਂ ਮਾਹੌਲ ਉਡਾਉਂਦੇ ਹਾਂ ਆਪਣੀ ਸੰਕੀਰਨ ਬੁੱਧੀ ਨਾਲ, ਜਾਂ ਕਬੁੱਧ ਜਿਹੜੇ ਅਵਿਵੇਕ ਦੇ ਕਾਰਨ। ਹੁਣ ਇਹਨਾਂ ਨੇ ਇਹਦੇ 'ਤੇ ਲੈ ਜੀ ਸੁਪਨੇ 'ਚ ਕਿਵੇਂ ਆ ਕੇ ਕੋਈ ਗੱਲ ਕਰ ਸਕਦਾ।
ਸੁਪਨੇ 'ਚ ਆ ਕੇ ਕਿਵੇਂ ਗੱਲ ਕਰ ਸਕਦਾ ਭਾਈ ਹਜ਼ੂਰੀ ਰਹਿਤਨਾਮਾ ਜਾਂ ਭਾਈ ਦੇਸਾ ਸਿੰਘ ਦਾ। ਅਗਰ ਜਰਾ ਪੜ੍ਹਿਓ ਵਰਲਡ ਦਾ ਇਤਿਹਾਸ, ਇੰਗਲੈਂਡ ਅਮਰੀਕਾ ਸੌਰੀ, ਇੱਕ ਜੀਨ ਡਿਕਸਨ ਲੇਡੀ ਹੋਈ, ਉਹ ਜਦੋਂ ਚਰਚ ਜਾ ਕੇ ਦੀਵਾ ਬਾਲਦੀ ਸੀ ਨਾ, ਉਹਨੂੰ ਜਿਹੜੀ ਵਾਪਰਨ ਵਾਲੀ ਕੋਈ ਘਟਨਾ ਉਹ ਨਜ਼ਰ ਆ ਜਾਂਦੀ ਸੀ, ਠੀਕ ਹੈ। ਔਰ ਉਹ ਘਟਨਾ ਦਾ ਜ਼ਿਕਰ ਉਹਦੀ ਸਾਰੀ ਬਾਇਓਗ੍ਰਾਫੀ ਲਿਖੀ ਹੈ, ਇੱਕ ਮੇਰੇ ਕੋਲ ਇਟਲੀ 'ਚ ਛਪੀ ਕਿਤਾਬ ਹੈ, ਦੀ ਸ਼ੇਪ ਆਫ ਦੀ ਥਿੰਗਸ ਟੂ ਕਮ। ਉਸਨੇ ਕੈਨੇਡੀ ਨੂੰ ਦੱਸਤਾ ਸੀ ਇਸ ਦਿਨ ਇੰਨੇ ਵਜੇ ਤੈਨੂੰ ਪਿੱਛੋਂ ਦੀ ਗੋਲੀ ਲੱਗੇਗੀ, ਲੱਗੀ, ਕੋਈ ਨਹੀਂ ਬਚਾ ਸਕਿਆ। ਸੁਪਰ ਨੈਚੁਰਲ ਜਿਹੜੀਆਂ ਚੀਜ਼ਾਂ ਨੇ ਨਾ, ਉਹ ਕਿਸੇ ਬਲੈਸ ਸੋਲਸ ਨੂੰ ਮਿਲਦੀਆਂ ਨੇ। ਨੋਸਟਰਡਮ ਦੀ ਜਿਹੜੀਆਂ ਭਵਿੱਖਬਾਣੀਆਂ ਨੇ, ਉਹ ਕਿਉਂ ਸਿੱਧ ਠੀਕ ਹੋ ਰਹੀਆਂ ਨੇ? ਆਹ ਇਹਨਾਂ ਦਾ ਬ੍ਰਾਹਮਣਵਾਦ ਹੈ। ਸੋ ਇਹ ਪਹਿਲੀ ਗੱਲ ਹੈ ਕਿ ਜਿਹੜੇ ਸਰੋਤ ਨੇ, ਸਰੋਤਾਂ ਦਾ ਵਿਸ਼ਲੇਸ਼ਣ ਕਰੋ। ਸਰੋਤਾਂ ਦਾ ਨਮੁੱਕਰ ਹੋ ਕੇ ਤੇ ਫਿਰ ਤਾਂ ਗੁਰੂ ਇਤਿਹਾਸ ਤੋਂ ਹੀ ਨਮੁੱਕਰ ਹੋ ਜਾਓ। ਜਦੋਂ ਗੁਰ ਇਤਿਹਾਸ ਤੋਂ ਨਮੁੱਕਰ, ਗੁਰੂ ਤੋਂ ਨਮੁੱਕਰ, ਤੇ ਫਿਰ ਸਿੱਖ ਕਿਹਦਾ ਹੀ? ਫਿਰ ਭਰਾ ਮਾਰੂ ਜੰਗ ਕਿਹੜੀ? ਜਿਹੜਾ ਬੰਦਾ ਗੁਰੂ ਨਾਲ ਹੀ ਗੁਰੂ ਨਾਲ ਉਹਦਾ ਮੋਹ ਨਹੀਂ, ਗੁਰੂ ਤੋਂ ਕੋਈ ਸਿੱਖਿਆ ਨਹੀਂ ਲੈ ਰਿਹਾ। ਗੁਰੂ ਹੈ ਕੌਣ ਹੈ? ਗੂ ਤੇ ਰੂਹ ਸੰਸਕ੍ਰਿਤ ਵਰਡ ਜਿਹੜੇ ਨੇ, ਜੋ ਅੰਧੇਰੇ ਮਨ ਨੂੰ ਪ੍ਰਕਾਸ਼ ਕਰੇ। ਅਤੇ ਜੇ ਤੁਹਾਡੇ ਅੰਧੇਰੇ ਮਨ ਦੇ ਵਿੱਚ ਦਸਮ ਗ੍ਰੰਥ ਜਾਂ ਜਾਪ ਸਾਹਿਬ ਨੇ ਪ੍ਰਕਾਸ਼ ਨਹੀਂ ਕੀਤਾ, ਜਪਜੀ ਸਾਹਿਬ ਨੇ ਨਹੀਂ ਕੀਤਾ ਹਾਲੇ ਤੱਕ, ਮੈਂ ਇਹ ਤਾਂ ਬੜਾ ਕਹਾਂਗਾ, ਇਹ ਜਪਜੀ ਸਾਹਿਬ ਨੇ ਹਾਲੇ ਅੰਧੇਰੇ ਮਨ 'ਚ ਪ੍ਰਕਾਸ਼ ਨਹੀਂ ਕੀਤਾ। ਜੇ ਪ੍ਰਕਾਸ਼ਮਾਨ ਹੋਇਆ ਹੁੰਦਾ ਮਨ, ਉਹਦੇ 'ਚੋਂ ਇੰਨਾ ਝੂਠ ਨਾ ਨਿਕਲਦਾ, ਇੰਨੀ ਨਫ਼ਰਤ ਨਾ ਨਿਕਲਦੀ ਗੁਰੂ ਦੇ ਲਈ। ਸੋ ਮੇਰਾ ਇਹ ਜਿਹੜਾ ਕਹਿ ਲਓ ਤੁਹਾਡੇ ਨਾਲ ਮੈਂ ਗੱਲਬਾਤ ਕਰ ਰਿਹਾ, ਇਹ ਉਹਨਾਂ ਲਈ ਨਹੀਂ ਹੈ ਜਿਹੜੇ ਗੁਰੂ ਦੇ ਨਿੰਦਕ ਨੇ, ਜਿਹੜੇ ਗੁਰੂ ਦੇ ਵਿਰੋਧ 'ਚ ਖੜ੍ਹੇ ਨੇ। ਮੇਰਾ ਉਹਨਾਂ ਲਈ ਹੈ ਕਿ ਜਿਹੜੇ ਕਿ ਲੋਕਾਂ ਨੂੰ ਭਰਮਾਇਆ ਜਾਂਦਾ, ਜਿਹੜੀ ਸਾਡੀ ਪੀੜ੍ਹੀ ਗੁਰੂ ਸਾਹਿਬ ਨਾਲ ਜੁੜਨਾ ਚਾਹੁੰਦੀ ਹੈ ਪਰ ਉਹ ਜੁੜਨ ਨਹੀਂ ਦਿੰਦੇ। ਇਹ ਉਹਨਾਂ ਲਈ ਨੇ ਇਹ ਲੈਕਚਰਸ, ਇਹਨਾਂ ਲਈ ਨਹੀਂ, ਕਿਉਂਕਿ ਇਹ ਤਾਂ ਵਿਗੜੇ ਨੇ, ਇਹਨਾਂ ਦੀ ਇੱਕ ਮਨਸ਼ਾ ਹੈ। ਹੁਣ ਇੱਕ ਇਹਨਾਂ ਦਾ ਹੋਰ ਇੰਦਰ ਸਿੰਘ ਘੱਗਾ, ਉਹ ਵੀ ਪ੍ਰੋਫੈਸਰ ਸਾਹਿਬ ਨੇ, ਉਹ ਜਾਪ ਸਾਹਿਬ ਨੂੰ ਕਹਿੰਦੇ ਇਹ ਤਾਂ ਜੀ ਵਿਸ਼ਨੂੰ ਪੁਰਾਣ ਹੈ ਨਾ ਸ਼ਿਵ ਪੁਰਾਣ ਹੈ। ਉਹਨੂੰ ਸਿਰਫ 25 ਕੁਐਸਚਨ ਕੀਤੇ ਸੀ ਕਿ ਤੂੰ ਪਹਿਲਾਂ ਸ਼ਿਵ ਪੁਰਾਣ ਪੜ੍ਹ, ਉਹਦੇ ਛੰਦ ਦੇਖ ਲੈ, ਫਿਰ ਜਾਪ ਸਾਹਿਬ ਦੇਖ ਲੈ, ਅਤੇ ਜਾਪ ਸਾਹਿਬ ਵਾਲੇ ਜਿਹੜੇ ਕਰਮ ਨਾਮ ਗੁਰੂ ਸਾਹਿਬ ਨੇ ਗਿਣਾਏ ਨੇ ਉਹ ਸ਼ਿਵ ਪੁਰਾਣ 'ਚ ਨਜ਼ਰ ਆਉਂਦੇ ਨੇ, ਦਿਖਾ ਦੇਈਂ। ਸ਼ਿਵ ਪੁਰਾਣ ਦੇ ਵਿੱਚ ਮਹਾਕਾਲ ਲਫ਼ਜ਼ ਨਹੀਂ ਹੈ, ਜਿਸ ਦਾ ਰੌਲਾ ਪਾਇਆ ਗਿਆ ਸੀ। ਮਹਾਕਾਲ ਲਫ਼ਜ਼ ਸ਼ਿਵ ਪੁਰਾਣ, ਸ਼ਿਵ ਸਹਿਸਰਨਾਮਾ 'ਚ ਜਿਹੜੇ 1008 ਨਾਂ ਸ਼ਿਵ ਦੇ ਦਿੱਤੇ ਗਏ, ਉਹਦੇ 'ਚ ਵੀ ਮਹਾਕਾਲ ਨਹੀਂ ਹੈ। ਇਹ ਲੇਟਰ ਓਰੀਜਨ ਹੈ। ਇਹ ਨਹੀਂ ਪਤਾ ਲੱਗਦਾ ਵੀ ਇਹ ਲੇਟਰ ਓਰੀਜਨ ਹੈ ਨਾਮ। ਜਦੋਂ ਗੁਰੂ ਵਰਤ ਚੁੱਕੇ ਨੇ ਗੁਰੂ ਸਾਹਿਬ, ਉਦੋਂ ਫਿਰ ਇਹਨਾਂ ਕਿਹਾ ਵੀ ਇਹ ਰਹਿ ਗਿਆ ਅਤੇ ਇਹ ਵੀ ਲਾ ਦਿਓ, ਪਰ ਸ਼ਿਵ ਸਹਿਸਰਨਾਮਾ 'ਚ ਨਹੀਂ ਹੈ, ਮਹਾਭਾਰਤ 'ਚ ਨਹੀਂ ਹੈ, ਅਮਰਕੋਸ਼ 'ਚ ਨਹੀਂ ਹੈ, ਜਿੱਥੇ ਸ਼ਿਵ ਦੇ ਨਾਂ ਦਿੱਤੇ ਗਏ ਨੇ। ਇਸੇ ਤਰ੍ਹਾਂ ਜਿਹੜਾ ਸ਼ਿਵ ਪੁਰਾਣ ਹੈ, ਉਹ 'ਚ ਸਦਾ ਸ਼ਿਵ ਜਿਹੜਾ ਸਰਵ ਸ਼ਕਤੀਮਾਨ ਪਰਮਾਤਮਾ ਲਈ ਵਰਤਿਆ ਗਿਆ ਹੈ, ਸ਼ਿਵ ਲਈ ਨਹੀਂ। ਸ਼ਿਵ ਜਿਹੜਾ ਹੈ ਉਹ ਪੁਰਾਣਿਕ ਐਨਸਾਈਕਲੋਪੀਡੀਆ ਵੀ ਚੈੱਕ ਕਰੋਗੇ, ਉਹ ਪੈਰਿਸ਼ੇਬਲ ਹੈ, ਅਨੰਤ ਨਹੀਂ, ਅਮਰ ਨਹੀਂ, ਅਬਿਨਾਸ਼ੀ ਨਹੀਂ, ਪੈਰਿਸ਼ੇਬਲ ਹੈ। ਤਿੰਨੇ ਸ਼ਕਤੀਆਂ, ਜੇ ਸਾਡੇ ਜਪਜੀ ਸਾਹਿਬ ਵੀ ਪੜ੍ਹੋ ਤਾਂ ਉਹਦੇ 'ਚ ਵੀ ਇਹ ਨਾ, ਏਕਾ ਮਾਏ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਉਹ ਤਿੰਨੇ ਸ਼ਕਤੀਆਂ ਜਦੋਂ ਪਰਲੇ ਆਉਂਦੀ ਹੈ ਖਤਮ ਹੁੰਦੀਆਂ ਉਹਦੇ ਹੁਕਮ 'ਚ। ਫਿਰ ਗੁਰੂ ਸਾਹਿਬ ਕਹਿੰਦੇ ਨੇ ਹੁਕਮੇ ਉਪਜੇ ਦਸ ਅਵਤਾਰਾ। ਅਤੇ ਜੇ ਗੁਰੂ ਗ੍ਰੰਥ ਸਾਹਿਬ ਦੇ 'ਚ ਉਹਨਾਂ ਦੀ ਪ੍ਰਮਾਣਿਕਤਾ ਹੈ ਤਾਂ ਦਸਮ ਗ੍ਰੰਥਾਂ 'ਚ ਉਹਦੀ ਪ੍ਰਮਾਣਿਕਤਾ ਕਿਉਂ ਨਹੀਂ ਹੈ? ਉਹ ਫਿਰ ਅਵਤਾਰ ਇਸੇ ਕਰਕੇ ਆਪਾਂ ਦੇਖਾਂਗੇ, ਜੇ ਪੁਰਾਣਿਕ ਐਨਸਾਈਕਲੋਪੀਡੀਆ ਜਿਹੜੇ ਨੇ ਕੋਸ਼ ਨੇ, ਉਹ 'ਚ ਦੇਖੋਗੇ ਵੀ ਨਾਰਦ ਹੈ, ਉਹਦੀ ਐਡੀ ਲੰਮੀ ਥੋੜ੍ਹਾ ਵੀ ਉਮਰ ਕੇ ਹਰੇਕ ਯੋਗੀ 'ਚੋਂ ਨਜ਼ਰ ਆ ਰਿਹਾ। ਇਹ ਸ਼ਕਤੀਆਂ ਨੇ, ਪਰਮਾਤਮਾ ਦੀਆਂ ਸ਼ਕਤੀਆਂ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਰਮਰਾਜ ਹੈ ਲਫ਼ਜ਼, ਗੁਰੂ ਸਾਹਿਬ ਨੇ ਇਹਨੂੰ ਨਕਾਰਿਆ ਨਹੀਂ। ਨਾਲ ਜੋ ਇਸਲਾਮਿਕ ਟ੍ਰਡੀਸ਼ਨ 'ਚ ਹੈ,
ਉਸ ਨੂੰ ਵੀ ਨਹੀਂ ਨਕਾਰਿਆ। ਇਸਲਾਮਿਕ ਟ੍ਰੈਡੀਸ਼ਨ 'ਚ ਤਾਂ ਧਰਮਰਾਜ ਤਾਂ ਨਹੀਂ ਲਿਖਿਆ। ਐਵੇਂ ਜਿਹੜੀਆਂ ਆਪਣੀਆਂ ਸਾਰੀਆਂ ਟ੍ਰੈਡੀਸ਼ਨਸ ਦੇ ਨਾਮ ਨੇ ਇਹ, ਜਾਂ ਇਹ ਸ਼ਕਤੀਆਂ ਨੇ, ਇਹ ਵੈਦਿਕ ਟ੍ਰੈਡੀਸ਼ਨਸ ਦੀਆਂ, ਇਜਿਪਸ਼ੀਅਨ ਟ੍ਰੈਡੀਸ਼ਨ ਦੇ ਇਹਦੇ ਪੈਰਲਲ ਜਿਹੜੇ ਨੇ ਸ਼ਕਤੀਆਂ ਮਿਲਦੀਆਂ ਨੇ। ਉਹਨਾਂ ਦੀ ਇੱਕ ਅਲੱਗ ਚਾਰਟ ਬਣਾ ਕੇ ਮੈਂ ਸਾਂਝਾ ਕਰਾਂਗਾ। ਅਜ਼ਰਾਈਲ ਫਰਿਸ਼ਤਾ ਕਹਿੰਦੇ ਆ। ਗੁਰੂ ਸਾਹਿਬ ਨੇ ਕਿਹਾ ਵੀ ਮੈਂ ਨਹੀਂ ਮੰਨਦਾ। ਗੁਰੂ ਨੇ ਸਿਰਫ ਇੰਨਾ ਕਿਹਾ ਵੀ ਜਿਹੜੀਆਂ ਵੀ ਸ਼ਕਤੀਆਂ ਨੇ ਉਹ ਪਰਮਾਤਮਾ ਦੀਆਂ ਬਣਾਈਆਂ ਸ਼ਕਤੀਆਂ ਨੇ, ਪੈਰਿਸ਼ੇਬਲ ਨੇ, ਅਤੇ ਰਾਹ ਜਿਹੜਾ ਇੱਕੋ ਹੀ ਹੈ। ਇਸੇ ਲਈ ਸਾਡਾ ਦੇਖੋ, ਜਦੋਂ ਹਰਿਮੰਦਰ ਸਾਹਿਬ ਦਾ ਨਕਸ਼ਾ ਤਿਆਰ ਹੋਇਆ, ਉਹਦੀ ਇੱਕ ਆਪਣੀ ਮਹੱਤਤਾ ਹੈ। ਨੀਵੇਂ ਉੱਤੋਂ ਆਓ, ਨੀਵੇਂ ਹੋ ਜਾਓ, ਮਨ ਦਾ ਅਭਿਮਾਨ ਕੱਢ ਦਿਓ, ਨੀਵੇਂ ਹੋ ਕੇ ਗੁਰੂ ਅੱਗੇ ਝੁਕੋਗੇ ਅਤੇ ਗੁਰੂ ਤੋਂ ਕੁਝ ਪ੍ਰਾਪਤੀ ਹੋ ਜਾਏਗੀ। ਫਿਰ 3 ਦਿਸ਼ਾਵਾਂ, 4 ਦਿਸ਼ਾਵਾਂ ਨੇ, ਜਿਹੜੀ ਮਰਜ਼ੀ ਦਿਸ਼ਾ 'ਚੋਂ ਉਸ ਦਰ ਦੇ ਉੱਤੇ ਜਾ ਕੇ ਐਂਟਰ ਕਰ ਜਾਓ। ਪਰ ਜਦੋਂ ਉਸਦੇ ਦਰਸ਼ਨੀ ਡਿਓੜੀ ਤੋਂ ਦਰਸ਼ਨ ਦੀਦਾਰੇ ਲਈ ਜਾਣਾ ਤੇ ਫਿਰ ਇੱਕੋ ਹੀ ਦਰ ਹੈ। ਉਸ ਦੀ ਪ੍ਰਾਪਤੀ ਦਾ ਦਰ ਇੱਕੋ ਹੀ ਹੈ, ਤੇ ਜ਼ਰੀਆ ਨਾਮ। ਨਾਮ ਉਹਦੇ ਕਈ ਹੋਣਗੇ, ਕ੍ਰਿਤਮ ਨਾਮ ਵੀ ਹੈ, ਕਰਮ ਨਾਮ ਵੀ ਹੈ। ਗੁਰੂ ਗ੍ਰੰਥ ਸਾਹਿਬ 'ਚ ਕ੍ਰਿਤਮ ਨਾਮ ਦਿੱਤੇ ਨੇ, ਦਸਮ ਗ੍ਰੰਥ 'ਚ ਕਰਮ ਨਾਮ ਦੇ ਦਿੱਤੇ। ਸ਼ਿਵ ਸਹਿਸਰਨਾਮਾ ਔਰ ਵਿਸ਼ਨੂੰ ਸਹਿਸਰਨਾਮਾ 'ਚ 50 ਨਾਮ ਐਸੇ ਨੇ ਰੱਬ ਦੇ, ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਵੀ ਨੇ ਅਤੇ ਦਸਮ ਗ੍ਰੰਥ 'ਚ ਵੀ ਨੇ, ਪਰ ਉਸ ਦੀ ਵਿਆਖਿਆ ਜਿਹੜੀ ਹੈ ਉਹ ਪੁਰਾਣਿਕ ਸਾਹਿਤ ਮੁਤਾਬਕ ਨਹੀਂ ਹੈ। ਜਿਹੜਾ ਦੇਵੀ ਭਗਤ ਪੁਰਾਣ, ਮਾਰਕੰਡੇ ਪੁਰਾਣ, 108 ਨਾਂ ਨੇ ਦੇਵੀ ਦੇ, ਦੁਰਗਾ ਦੇ 108 ਨਾਂ, ਪਰ ਭਗਉਤੀ ਨਹੀਂ ਹੈ। ਭਗਉਤੀ ਸਾਰੇ ਪੁਰਾਣਿਕ ਸਾਹਿਤ ਦੇ ਵਿੱਚ ਡਿਵਾਈਨ ਸਵੋਰਡ ਲਈ ਹੈ। ਪਰਮਾਤਮਾ ਦੀ ਉਹ ਸੰਘਾਰਨ ਸ਼ਕਤੀ ਜਿਹੜੀ ਅਦ੍ਰਿਸ਼ ਹੈ, ਪਰ ਆਪਣੇ ਹੀ ਕਿਸੇ ਸੇਵਕ ਦੇ ਥਰੂ ਉਹ ਪ੍ਰਗਟ ਹੋ ਕੇ ਅਸੁਰਾਂ ਦਾ ਨਾਸ਼ ਕਰਦੀ ਹੈ। ਉਹ ਦੁਰਗਾ ਵੀ ਹੈ, ਉਹ ਗੁਰੂ ਗੋਬਿੰਦ ਸਿੰਘ ਵੀ ਹੈ। ਕਿ ਜਿਹੜੀ ਸੰਘਾਰਨ ਸ਼ਕਤੀ ਜਿਹੜੀ ਹੈ ਆਪਣੀ ਤਲਵਾਰ ਆਪਣੇ ਸਾਮਰਾਜ ਦੀ ਵਧਾਵੇ ਲਈ ਨਹੀਂ, ਮਜ਼ਲੂਮਾਂ ਦੀ ਰਕਸ਼ਾ ਲਈ ਯੂਜ਼ ਹੁੰਦੀ ਹੈ, ਉਹ ਡਿਵਾਈਨ ਸਵੋਰਡ ਹੈ। ਔਰ ਇਹ ਜਿਹੜਾ ਡਿਵਾਈਨ ਸਵੋਰਡ ਦਾ ਕੰਸੈਪਟ ਹੈਗਾ, ਸਿਧਾਂਤ ਹੈ, ਸਾਰੇ ਵਰਲਡ ਦੇ ਰਿਲੀਜੀਅਸ ਟ੍ਰੈਡੀਸ਼ਨ 'ਚ ਹੈ। ਇਸਲਾਮ 'ਚ ਇਹਨੂੰ ਕਹਿੰਦੇ ਸੈਫ ਉਲ ਅੱਲਾ, ਹਾਈਐਸਟ ਟਾਈਟਲ ਹੈ ਸੈਫ ਉਲ ਅੱਲਾ, ਅੱਲਾ ਦੀ ਸਵੋਰਡ। ਇਵੇਂ ਹੀ ਉਹਦੇ 'ਚ ਕ੍ਰਿਸਚੈਨਿਟੀ 'ਚ ਇੱਕ ਪੂਰੀ ਬੁੱਕ ਹੈ, ਦੀ ਡਿਵਾਈਨ ਸਵੋਰਡ ਬੇਥ ਇਨ ਹੈਵਨ। ਇਹ ਅਸੀਂ ਜਦੋਂ ਆਪਣੇ ਤੋਂ ਇਲਾਵਾ ਕੁਛ ਪੜ੍ਹਨਾ ਨਹੀਂ, ਆਪਣਾ ਵੀ ਜਿਹੜਾ ਉਹ ਸਮਝਣਾ ਨਹੀਂ ਜਾਣ ਕੇ, ਅਤੇ ਲੋਕਾਂ ਨੂੰ ਵੀ ਕੁਰਾਏ ਪਾਉਣਾ ਹੈ, ਤਾਂ ਉਹਦਾ ਇਲਾਜ ਕੁਛ ਨਹੀਂ ਹੈ। ਉਹਦਾ ਇਲਾਜ ਇਹ ਵੀ ਇਹ ਬੰਦਿਆਂ ਨੂੰ ਅਵੋਇਡ ਕੀਤਾ ਜਾਏ। ਹੁਣ ਇੱਕ ਹੋਰ ਜਿਹੜਾ ਵਿਸ਼ਾ ਹੈ ਦਸਮ ਗ੍ਰੰਥ ਸਾਹਿਬ 'ਚੋਂ, ਵਿਸ਼ਾ ਨਹੀਂ, ਮੈਂ ਜਿਹਨੂੰ ਵਿਵਾਦ ਦੇ ਘੇਰੇ 'ਚ ਲਿਆਂਦਾ ਗਿਆ, ਉਹ ਹੈ ਤ੍ਰਿਆ ਚਿਤਰ ਪਾਖਿਆਨ। ਇਹ ਇੱਕ ਸੁਤੰਤਰ ਗ੍ਰੰਥ ਹੈ ਦਸਮ ਗ੍ਰੰਥ ਸਾਹਿਬ ਦੇ ਵਿੱਚ। ਇਹਦੇ ਵਿੱਚ ਗੁਰੂ ਸਾਹਿਬ ਨੇ ਸਾਰੇ ਵਰਲਡ ਲਿਟਰੇਚਰ 'ਚੋਂ ਕਹਿੰਦਾ ਜਿਹੜੀਆਂ ਨੇ ਦਿੱਤੀਆਂ ਸਟੋਰੀਜ਼, ਜਿਹੜੀਆਂ ਕਿ ਸਾਡਾ ਕਰੈਕਟਰ ਬਣਾ ਸਕਦੀਆਂ ਨੇ, ਉਸ ਦੇ ਬੇਸ 'ਤੇ ਉਹਨਾਂ ਨੇ ਆਪਣਾ ਇੱਕ ਅਲੱਗ ਉਹ ਸਟੋਰੀਜ਼ ਨੂੰ ਟਵਿਸਟ ਦਿੱਤਾ ਹੈ ਸਮੇਂ ਦੇ ਮੁਤਾਬਕ। ਕੁਛ ਸਟੋਰੀਜ਼ ਤਾਂ ਹਜ਼ਾਰਾਂ ਸਾਲ ਪੁਰਾਣੀਆਂ ਨੇ। ਇਹਨਾਂ 'ਚੋਂ 38 ਜਿਹੜੀ ਨੇ ਚਰਿੱਤਰ ਨੇ ਉਹ ਇਤਿਹਾਸਕ ਨੇ, 38 ਚਰਿੱਤਰ। ਹੁਣ ਫਿਰ ਆਪਾਂ ਆਉਂਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਚੱਜੀ ਅਤੇ ਕੁਚੱਜੀ, ਗੁਣਵੰਤੀ ਅਵਗੁਣਵੰਤੀ। ਅਤੇ ਜਿਹੜੀ ਸੁਚੱਜੀ ਦੇ ਚਰਿੱਤਰ ਨੇ ਉਹ ਹੈਗੇ 29। ਪੁਰਖ ਚਰਿੱਤਰ ਵੀ ਨੇ, ਤ੍ਰਿਆ ਚਿਤਰ ਪਾਖਿਆਨ ਤਾਂ ਹੈ ਨਾ, ਪੁਰਖ ਚਰਿੱਤਰ ਵੀ ਨੇ, ਉਹ ਹੈ 9। ਧਾਰਮਿਕ ਭਾਵਨਾ ਵਾਲੇ ਚਰਿੱਤਰ ਫਿਰ 9 ਨੇ। ਪੁਰਾਣਿਕ ਸਾਹਿਤ 'ਚੋਂ 20 ਨੇ, ਮਹਾਂਭਾਰਤ 'ਚੋਂ 2, ਰਾਮਾਇਣ 'ਚੋਂ 2, ਪੰਚਤੰਤਰ 'ਚੋਂ 3,
ਹਿਤ ਉਪਦੇਸ਼ 'ਚੋਂ 4, ਜਿਹੜੀਆਂ ਲੋਕ ਕਥਾਵਾਂ ਨੇ ਉਹ 46, ਇਸ਼ਕ ਹਕੀਕੀ 9, ਜਿਨ੍ਹਾਂ ਵਿੱਚ ਅਮਰ ਪ੍ਰੇਮ ਕਥਾਵਾਂ ਅਸੀਂ ਕਹਿੰਦੇ ਹਾਂ ਨਾ, ਹੀਰ ਰਾਂਝਾ, 98 ਨੰਬਰ ਚਿੱਤਰ ਹੈ। ਸੋਹਣੀ ਮਹੀਵਾਲ 101 ਨੰਬਰ ਚਿੱਤਰ ਹੈ। ਸੱਸੀ ਪੁੰਨੋ 108 ਨੰਬਰ ਚਿੱਤਰ ਹੈ। ਮਿਰਜ਼ਾ ਸਾਹਿਬਾਂ 129, ਸੰਮੀ ਢੋਲਾ 161, ਮਾਧਵ ਨਲ ਕਾਮ ਕੰਦਲਾ 91, ਰਤਨ ਸਿੰਘ ਸੈਨ ਪਦਮਾਵਤੀ 199, ਜੋਸਫ ਜ਼ੁਲੈਖਾ 201, ਨਲ ਦਮਯੰਤੀ 151। ਹੁਣ ਮੈਂ ਇਹਦੇ 'ਚੋਂ ਹੀ ਜ਼ਿਕਰ ਕਰਾਂਗਾ ਜਿਹੜਾ 201 ਨੰਬਰ ਚਰਿੱਤਰ ਹੈ, ਉਹ ਬਾਈਬਲ 'ਚ ਹੈ, ਕੁਰਾਨ ਸ਼ਰੀਫ 'ਚ ਵੀ ਹੈ, ਯੂਸੁਫ ਦੇ ਜ਼ੁਲੈਖਾ ਦਾ। ਔਰ ਇਹ ਚਰਿੱਤਰ ਦਾ ਬਿਲਕੁਲ ਸਾਂਝ ਪੈਂਦੀ ਹੈ ਜਿਹੜਾ ਤ੍ਰਿਆ ਚਰਿੱਤਰ ਦਾ 23, 24, 25 ਚਰਿੱਤਰ ਹੈ, ਕਿੱਸਾ ਰਾਣੀ ਰੂਪ ਕੌਰ ਦਾ। ਬਿਲਕੁਲ ਸਿਮਿਲਰ ਸਟੋਰੀਜ਼ ਨੇ, ਕਿਉਂਕਿ ਇਹ ਸਾਡਾ ਆਪ ਦਾ ਇਤਿਹਾਸ ਹੈ, ਸਾਡਾ ਆਪਣਾ ਕਿਰਦਾਰ ਹੈ, ਸਾਡਾ ਆਪਣਾ ਅਕਸ ਹੈ, ਸਾਡੇ ਚਰਿੱਤਰ ਦਾ ਅਕਸ ਹੈ। ਤ੍ਰਿਆ ਚਰਿੱਤਰ ਵਿਗਿਆਨ ਸਾਡੇ ਸਮਾਜ ਦੀਆਂ ਬੁਰਾਈਆਂ ਦਾ ਅਕਸ ਹੈ। ਅੱਜ ਕਿੰਨੇ ਕੁ ਚੈਨਲ ਨੇ ਜਿਹੜੇ ਤੁਹਾਨੂੰ ਬਹੁਤ ਅੱਛੀਆਂ ਖਬਰਾਂ ਦੇ ਰਹੇ ਨੇ ਵੀ ਔਰਤ ਦੀ ਇੱਜ਼ਤ ਹੋ ਰਹੀ ਹੈ, ਚੋਰੀ ਡਕੈਤੀ ਨਹੀਂ ਹੋ ਰਹੀ, ਬਲਕਿ ਚੋਰ ਪਕੜੇ ਜਾਂਦੇ ਨੇ, ਉਹਨਾਂ ਨੂੰ ਕਿਵੇਂ ਆਪਾਂ ਪ੍ਰੋਟੈਕਟ ਕਰਨਾ, ਇਹ ਸਾਡੇ ਸਮਾਜ ਦਾ ਕੰਮ ਹੋ ਗਿਆ। ਰੇਪ ਹੋ ਰਹੇ ਨੇ, ਬਲਾਤਕਾਰ ਹੋ ਰਹੇ ਬੱਚਿਆਂ ਦੇ, ਉਹਨਾਂ ਦੇ ਉੱਤੇ ਕੋਈ ਰਿਪੋਰਟ ਲਿਖਣ ਦੀ ਲੋੜ ਨਹੀਂ, ਪੁਲਿਸ ਸਮਝਦੀ ਨਹੀਂ ਵੀ ਅਸੀਂ ਰਿਪੋਰਟ ਲਿਖਣੀ। ਇਹ ਸਮਾਜ ਦਾ ਅਕਸ ਹੈ। ਤ੍ਰਿਆ ਚਰਿੱਤਰ ਪਾਖਿਆਨ, ਇਸ ਦਾ ਟਾਈਟਲ ਜਿਹੜਾ ਪਾਖਿਆਨ ਲਫ਼ਜ਼ ਜਿਹੜਾ ਉਹ ਪ੍ਰਕਿਰਤ ਦਾ ਵਰਡ ਹੈ, ਸਟੋਰੀ ਆਲਰੇਡੀ ਟੋਲਡ। ਇਸੇ ਲਈ ਇਸ ਨੂੰ ਮੁਖਵਾਕ ਬਾਣੀ ਨਹੀਂ ਕਿਹਾ ਗਿਆ, ਪਾਤਸ਼ਾਹੀ 10ਵੀਂ ਲਿਖਿਆ ਗਿਆ। ਪਰ ਜੇ ਕਾਪੀਰਾਈਟ ਐਕਟ ਵੀ ਦੇਖੋਗੇ ਨਾ, ਤੇ ਜਿਹੜਾ ਕੋਈ ਮੂਲ ਰਚਨਾ ਦਾ ਅਨੁਵਾਦ ਵੀ ਕੀਤਾ ਗਿਆ ਨਾ, ਅਨੁਵਾਦ ਚਾਹੇ ਉਹ ਲਿਟਰਲ ਟਰਾਂਸਲੇਸ਼ਨ ਵੀ ਕੀਤਾ ਗਿਆ, ਤੇ ਉਹਦਾ ਕਾਪੀਰਾਈਟ ਜਿਹੜਾ ਅਨੁਵਾਦਕ ਕੋਲ ਹੋ ਜਾਂਦਾ। ਗੁਰੂ ਸਾਹਿਬ ਨੇ ਕਿਸੇ ਵੀ ਪੁਰਾਣ ਦਾ, ਚਾਹੇ ਮਾਰਕੰਡੇ ਪੁਰਾਣ ਸੀ, ਚਾਹੇ 10 ਅਵਤਾਰਾਂ ਦੇ ਵਿੱਚੋਂ ਦਸਮ ਸਕੰਦ ਹੈ, ਦੇਵੀ ਭਾਗਵਤ ਪੁਰਾਣ ਹੈ, ਇਹਨਾਂ ਦੇ ਉਹਨਾਂ ਨੇ ਟਰਾਂਸਲੇਸ਼ਨ ਜਿਹੜੇ ਲਿਟਰਲ ਟਰਾਂਸਲੇਸ਼ਨ ਨਹੀਂ ਕੀਤੇ। ਉਹਨਾਂ ਨੇ ਸਮੇਂ ਦੇ ਮੁਤਾਬਕ ਆਪਣੇ ਭਗਉਤੀ ਦੇ ਜਿਹੜੇ ਸਿਧਾਂਤ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਜੋ ਸਮੇਂ ਦੀ ਲੋੜ ਸੀ, ਉਹ ਉਹਨਾਂ ਨੇ ਸਟੋਰੀਜ਼ ਨੂੰ ਆਪਣੇ ਹਿਸਾਬ ਨਾਲ ਤਿਆਰ ਕੀਤਾ। ਇਵੇਂ ਹੀ ਇਹ ਹਿਸਟੋਰੀਕਲ ਜਿਹੜੇ ਚਰਿੱਤਰ ਨੇ ਇਹਦੇ ਵਿੱਚ, ਹੁਣ ਮੈਂ 201 ਨੰਬਰ ਚਰਿੱਤਰ ਜਿਹੜਾ ਜੋਸਫ ਜ਼ੁਲੈਖਾ ਦਾ ਗੱਲ ਕਰਦਾ, ਇਹ ਕੁਰਾਨ ਸ਼ਰੀਫ 'ਚ ਵੀ ਹੈ। ਅੱਜ ਤੱਕ ਕਿਸੇ ਨੇ ਕਿਹਾ, ਕਿਸੇ ਮੁਸਲਮਾਨ ਨੇ, ਵੀ ਇਹ ਗੰਦ ਦਾ ਟੋਕਰਾ ਹੈ, ਇਸ ਨੂੰ ਬੈਨ ਕਰੋ ਕੁਰਾਨ ਸ਼ਰੀਫ ਨੂੰ, ਕਿਸੇ ਨੇ ਕਿਹਾ? ਨਹੀਂ ਕਿਹਾ। ਤੇ ਸਿੱਖਾਂ 'ਚ ਬਿਮਾਰੀ ਕਿੱਥੋਂ ਆਈ? ਸਿੱਖਾਂ 'ਚ ਬਿਮਾਰੀ ਕਿਹਦੇ ਕੋਲੋਂ ਆਈ? ਤੇ ਫਿਰ ਬਿਮਾਰ ਜਿਹੜੇ ਬੰਦੇ ਨੇ ਉਹਨਾਂ ਨੂੰ ਅਪੋਸਟੇਟ ਕਿਹਾ ਜਾਂਦਾ, ਪਤਿਤ ਕਿਹਾ ਜਾਂਦਾ, ਜਿਸ ਦਾ ਗੁਰੂ 'ਚ ਵਿਸ਼ਵਾਸ ਨਹੀਂ। ਤੇ ਜਿਹੜਾ ਗੁਰੂ 'ਚ ਵਿਸ਼ਵਾਸ ਨਹੀਂ ਰੱਖਦਾ ਉਹ ਫਿਰ ਸਿੱਖਾਂ ਦਾ। ਹੁਣ ਇਹਦੇ 'ਚ ਕੁਰਾਨ ਸ਼ਰੀਫ ਦੀਆਂ ਮੇਰੇ ਕੋਲ 8-10 ਪਈਆਂ ਨੇ ਅਨੁਵਾਦ। ਕਮੈਂਟਰੀ ਜਿਹੜੀ ਦਿੰਦਾ ਨਾ, ਉਹ ਕਿਆ ਖੂਬ ਹੈ, ਉਹ ਸਾਡੇ ਲਈ ਬਹੁਤ ਦੇਖਣ ਵਾਲੀ ਹੈ, ਪੜ੍ਹਨ ਵਾਲੀ ਹੈ। ਜ਼ੁਲੈਖਾ ਜਿਹੜੀ ਜੋਸਫ ਨੂੰ ਕਮਰੇ 'ਚ ਬੰਦ ਕਰਕੇ ਉਤੇਜਿਤ ਕਰ ਰਹੀ ਹੈ ਕਾਮ ਲਈ, ਤੇ ਉਸ ਨੂੰ ਕਹਿ ਰਹੀ ਹੈ ਕਿ ਦੇਖ, ਇਹ ਕਮਰੇ 'ਚ ਤੇਰੇ ਤੇ ਮੇਰੇ ਇਲਾਵਾ ਕੋਈ ਨਹੀਂ, ਤੇ ਸਾਨੂੰ ਕੋਈ ਨਹੀਂ ਦੇਖ ਰਿਹਾ। ਤੇ ਉਹ ਅੱਗੋਂ ਕਹਿ ਰਿਹਾ, ਯੂਸਫ, ਕਿ ਤੈਨੂੰ ਕਿਸ ਨੇ ਭੁਲੇਖਾ ਪਾ ਦਿੱਤਾ ਕਿ ਵੀ ਤੇਰੇ ਤੇ ਮੇਰੇ ਇਲਾਵਾ ਇਸ ਕਮਰੇ 'ਚ ਕੋਈ ਨਹੀਂ। ਸਰਵ ਵਿਆਪਕ ਅੱਲਾ, ਆਲ ਪਰਵੇਸਿਵ ਅੱਲਾ, ਉਹ ਇੱਥੇ ਮੌਜੂਦ ਹੈ, ਉਹ ਤੈਨੂੰ ਤੇ ਮੈਨੂੰ ਦੇਖ ਰਿਹਾ। ਜਦੋਂ ਸਾਨੂੰ
ਇੱਕ ਓਂਕਾਰ ਦਾ ਸਿਧਾਂਤ ਸਮਝ ਲੱਗ ਜਾਏ ਨਾ ਵੀ ਉਹ ਸਰਵ ਵਿਆਪਕ ਹੈ ਤੇ ਸਾਰਿਆਂ 'ਚ ਵਿਦਵਾਨ ਵੀ ਹੈ ਓਂਕਾਰ, ਸਾਰਿਆਂ 'ਚ ਵਿਦਵਾਨ ਵੀ ਹੈ। ਜੋ ਵਿਦਵਾਨ ਹੈ ਤੇ ਉਸ ਦੇ ਉੱਤੇ ਧੂੜ ਮੈਂ ਨਾ ਪੈਣ ਦੇਵਾਂ ਆਪਣੇ ਅੰਦਰ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੇ ਫਿਰ ਬੰਦਾ ਪਾਪ ਨਹੀਂ ਕਰਦਾ, ਫਿਰ ਪਾਪ ਤੋਂ ਗੁਰੇਜ਼ ਕਰਦਾ ਹੈ। ਤੇ ਜਦੋਂ ਅੰਦਰ ਜਿਹੜੀ ਆਤਮਾ ਹੈ ਉਹਦੇ ਵਿੱਚ ਪ੍ਰਮਾਤਮਾ ਦਾ ਵਾਸਾ ਖਤਮ ਹੋ ਗਿਆ, ਝੂਠ ਦੀ ਤੇ ਕਪਟ ਦੀ ਧੂੜ ਬਹਿ ਗਈ, ਮਾਇਆ ਨੇ ਉਸ ਨੂੰ ਕਾਬੂ ਕਰ ਲਿਆ, ਫਿਰ ਉਹ ਇਨਸਾਨ ਜਿਹੜਾ ਸ਼ੈਤਾਨ ਬਣ ਜਾਂਦਾ। ਤੇ ਰਾਹ ਸ਼ੈਤਾਨੀ ਜਿਹੜਾ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਰਾਹ ਸ਼ੈਤਾਨੀ ਪਕੜਿਆ ਹੁੰਦਾ, ਤੇ ਰਾਹ ਸ਼ੈਤਾਨੀ ਦੇ ਚੱਲ ਕੇ ਤੇ ਫਿਰ ਝੂਠ ਹੀ ਬੋਲੇਗਾ, ਸੱਚ ਉਹਦੇ ਨੇੜੇ ਨਹੀਂ ਲੱਗੇਗਾ, ਫਿਰ ਉਹ ਗੁਰੂ ਦੇ ਮਾਨ ਸਰੋਵਰ ਦੇ ਵਿੱਚ ਉਹਦਾ ਕੋਈ ਕੰਮ ਨਹੀਂ। ਗੁਰੂ ਦੇ ਮਾਨ ਸਰੋਵਰ 'ਚ ਸਿਰਫ ਹੰਸ ਬਿਰਤੀ ਵਾਲੇ ਪਹੁੰਚ ਸਕਦੇ ਨੇ, ਉੱਥੋਂ ਕੁਝ ਪ੍ਰਾਪਤ ਕਰ ਸਕਦੇ ਨੇ। ਸਾਡੇ ਜਿਹੜੇ ਇਹ ਵਿਦਵਾਨ ਨੇ, ਵਿਦਵਾਨ ਕਾਹਦੇ ਨੇ? ਅਵਿਵੇਕ ਦੇ ਵਸ ਪਏ ਹੋਏ ਬੰਦੇ। ਇਹਨਾਂ ਦਾ ਕਹਿਣਾ ਹੈ ਕਿ ਇਹ ਗੰਦ ਦਾ ਟੋਕਰਾ ਹੈ। ਤ੍ਰਿਆ ਚਿਤਰ ਪਖਿਆਨ ਨੂੰ ਗੰਦ ਦਾ ਟੋਕਰਾ ਕਹਿੰਦੇ। ਮੇਰਾ ਸਵਾਲ ਇਹੀ ਗੰਦ ਦੇ ਟੋਕਰੇ ਕਹਿਣ ਵਾਲੇ ਗੁਰਤੇਜ ਸਿੰਘ ਐਂਡ ਇਹਨਾਂ ਦੀ ਜੁੰਡਲੀ ਨੂੰ, ਕਿ ਤੁਸੀਂ ਬ੍ਰਹਮਾ ਜੀ ਦੇ ਪੁੱਤਰ ਸੀ ਕਿ ਡਾਇਰੈਕਟ ਉੱਤੋਂ ਗਿਰੇ ਸੀ? ਤੁਹਾਡੇ ਬੱਚੇ ਕੌਣ ਪੈਦਾ ਕਰ ਗਿਆ? ਤੁਹਾਡੇ ਬੱਚੇ ਵੀ ਕਿ ਡਾਇਰੈਕਟ ਹੀ ਪੈਦਾ ਹੋਏ ਸੀ ਜਾਂ ਕਿਸੇ ਹੋਰ ਤਰ੍ਹਾਂ ਪੈਦਾ ਹੋਏ ਸੀ? ਗੁਰੂ ਤੇ ਭਰੋਸਾ ਹੀ ਨਹੀਂ। ਮੈਨੂੰ ਮੇਰੀ ਮਦਰ ਕਹਿ ਦੇ ਕਿ ਵੀ ਇਹ ਤੇਰਾ ਫਾਦਰ ਹੈ, ਉਹ ਫਾਦਰ ਦਾ ਨਾਮ ਰਜਿਸਟਰ ਹੋ ਜਾਂਦਾ ਮੇਰੇ ਸਰਟੀਫਿਕੇਟ ਦੇ ਵਿੱਚ, ਤੇ ਜੇ ਮੈਨੂੰ ਭਰੋਸਾ ਹੀ ਨਹੀਂ ਮਦਰ ਤੇ ਫਿਰ ਮੈਂ ਆਪਣੇ ਮਾਂ 'ਤੇ ਵੀ ਸ਼ੱਕ, ਪਿਓ 'ਤੇ ਵੀ ਸ਼ੱਕ। ਉਹੀ ਹਾਲ ਇਹਨਾਂ ਦਾ। ਇਹਨਾਂ ਦੇ ਗੁਰੂ 'ਤੇ ਭਰੋਸਾ ਕੋਈ ਨਹੀਂ। ਜਦੋਂ ਗੁਰੂ 'ਤੇ ਭਰੋਸਾ ਨਹੀਂ, ਫਿਰ ਉਹਨੂੰ ਗੰਦ ਦਾ ਟੋਕਰਾ ਵੀ ਕਹੀ ਜਾਣਗੇ। ਕਿਉਂਕਿ ਜਿਹੜੀ ਅਕਲ ਵਾਲੀ ਗੱਲ ਹੈ, ਉਹ ਅਕਲਬੰਦ ਬੰਦਿਆਂ ਦੇ ਅੰਦਰ ਨਹੀਂ ਜਾਏਗੀ। ਉਹ ਅਕਲਬੰਦ ਬੰਦਿਆਂ ਦੇ ਅੰਦਰ ਬਿਲਕੁਲ ਨਹੀਂ ਜਾਏਗੀ। ਉਹ ਯੂਸਫ ਨੇ ਉਸ ਨੂੰ ਰਜਿਸਟ ਕੀਤਾ। ਤੇ ਸਾਡੇ ਇਤਿਹਾਸ ਪੜ੍ਹ ਲਓ, ਗੁਰੂ ਨਾਨਕ ਦੇਵ ਜੀ ਸ੍ਰੀਲੰਕਾ ਜਾਂਦੇ ਨੇ, ਉੱਥੇ ਨਾਨਕਚਾਰੀਆ ਲਫ਼ਜ਼ ਯੂਜ਼ ਹੋਇਆ, ਜਿਹੜੇ ਸ੍ਰੀਲੰਕਾ ਦੇ ਰਿਕਾਰਡ ਨੇ। ਤੇ ਉਹ ਰਾਜਾ ਜਿਹੜਾ ਸੀ ਸ਼ਿਵਨਾਬ, ਉਹਨੂੰ ਇਹ ਆ ਕੇ ਦੱਸਿਆ ਜਾਂਦਾ ਸੀ ਵੀ ਬੜੇ ਕਰਨੀ ਵਾਲੇ ਨੇ। ਉੱਥੇ ਕਈ ਫਿਰ ਨਾਨਕ ਬਣ ਕੇ ਤੁਰੇ ਫਿਰਦੇ ਸੀ। ਤਾਂ ਉਹਨੂੰ ਇਹ ਆਇਆ ਵੀ ਹੁਣ ਜੇ ਜਦੋਂ ਗੁਰੂ ਨਾਨਕ ਦੇਵ ਜੀ ਪਹੁੰਚੇ ਨੇ, ਵੀ ਜੇ ਅਸਲੀ ਨਾਨਕ ਹੈ ਤੇ ਇਹਦੀ ਪ੍ਰੀਖਿਆ ਹੋਣੀ ਚਾਹੀਦੀ ਹੈ। ਉਹਨੇ ਨਗਨ ਔਰਤਾਂ ਭੇਜਤੀਆਂ। ਫਿਰ ਕੀ ਗੁਰੂ ਨਾਨਕ ਸਾਹਿਬ ਨੇ ਉਹਨਾਂ 'ਤੇ ਫਿਸਲ ਗਏ ਜਾਂ ਉਹਨਾਂ ਲਈ ਕੋਈ ਸ਼ਬਦ ਉਚਾਰਿਆ? ਉਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਪੜ੍ਹਿਆ ਜਿਹਨੂੰ ਅਸੀਂ ਕਹਿੰਦੇ ਸਾਡਾ ਗੁਰੂ ਹੈ। ਇਤਿਹਾਸ ਨਹੀਂ ਪੜ੍ਹਿਆ, ਗੁਰੂ ਤੋਂ ਅਕਲ ਨਹੀਂ ਮਿਲੀ। ਭਾਈ ਜੋਗਾ ਸਿੰਘ ਜੀ ਵੀ ਤਾਂ ਫਿਸਲੇ ਸੀ ਨਾ, ਉਹ ਚਲੇ ਗਏ। ਕਿਉਂ? ਇੱਕ ਹੀ ਹਿਊਮਨ ਮਾਈਂਡ ਹੈ, ਹਿਊਮਨ ਮਾਈਂਡ ਕਿਤੇ ਵੀ ਗਿਰ ਸਕਦਾ। ਤੇ ਜੋਗਾ ਸਿੰਘ ਜੀ ਦੇ ਮਗਰ ਤਾਂ ਗੁਰੂ ਸਾਹਿਬ ਚਲੇ ਗਏ, ਤੇ ਹੁਣ ਸਾਰੇ ਸਿੱਖਾਂ ਦੇ ਮਗਰ ਕਦ ਤੱਕ ਮਗਰ ਤੁਰਦੇ ਫਿਰਦੇ? ਉਹਨਾਂ ਨੇ ਤ੍ਰਿਆ ਚਿਤਰ ਪਖਿਆਨ ਦੀ ਰਚਨਾ ਰੱਖੀ। ਔਰ ਨਿਹੰਗ ਸਿੰਘ ਜਥੇਬੰਦੀਆਂ ਦੀ ਇੱਕ ਮੇਰੇ ਕੋਲ ਵੀ ਪੋਥੀ ਮੈਂ ਦਿਖਾ ਦਾਂਗਾ, ਇੱਕ ਪੰਜਾਬ ਯੂਨੀਵਰਸਿਟੀ 'ਚ ਪਈ ਹੈ ਲਾਇਬ੍ਰੇਰੀ 'ਚ, ਜਿਹਨੂੰ ਤਰਕਸ਼ ਕੀ ਪੋਥੀ ਛਾਉਣਾ ਸਿੰਘ ਦੀ ਕਿਹਾ ਜਾਂਦਾ, ਕਿ ਬੰਦਾ ਉਸ ਨੂੰ ਪੜ੍ਹੇ ਤੇ ਉਸ ਤੋਂ ਸਿੱਖਿਆ ਲਵੇ। ਪਰ ਨਾਰੀ ਦਾ ਕਨਸੈਪਟ ਤਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ ਤੇ ਦਸਮ ਗ੍ਰੰਥ 'ਚ ਵੀ ਹੈ। ਤੋ ਜੇ ਪਰ ਨਾਰੀ ਦਾ ਪਤਾ ਹੀ ਨਹੀਂ, ਪਰ ਨਾਰੀ ਤੁਹਾਨੂੰ ਕਿਸ ਰੂਪ 'ਚ ਮਿਲਣੀ ਹੈ, ਉਹਦੀ ਕਥਾ ਕਿੱਥੋਂ ਕਰੋਗੇ? ਇੰਦਰ ਨੇ ਰਿਸ਼ੀ ਉਹਦੀ ਅਹਿਲਿਆ ਦਾ ਸੀ ਨਾ, ਅਹਿਲਿਆ ਦਾ ਸੀ, ਉਹਦਾ ਸਤਿਭੰਗ ਕੀਤਾ, ਧੋਖੇ ਨਾਲ ਕੀਤਾ। ਤੇ ਉਹ ਜਿਹੜੀ ਇੰਦਰ ਦੀ ਕਥਾ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ, ਉਸ ਦਾ ਫਿਰ ਵਿਖਿਆਨ ਕਿਵੇਂ ਕਰੋਗੇ? ਪੁਰਾਣਕ ਸਾਹਿਤ 'ਚੋਂ ਲਓਗੇ ਕਿ ਗੁਰੂ ਦੇ ਸਾਹਿਤ 'ਚੋਂ? ਦ੍ਰੋਪਦੀ ਦੀ ਲਾਜ ਮਹਾਭਾਰਤ 'ਚੋਂ ਲਓਗੇ
ਕਿ ਗੁਰੂ ਸਾਹਿਬ ਚੋਂ ਲਓਗੇ। ਲਾਜ ਤਾਂ ਦਰੋਦੀ ਦੀ ਬਚਾਈ ਗੁਰੂ ਗ੍ਰੰਥ ਸਾਹਿਬ ਜੀ ਜ਼ਿਕਰ ਹੈ ਤੇ ਪੁਰਾਣਿਕ ਸਾਹਿਤ 'ਚ ਵੀ ਹੈ। ਉੱਥੇ ਕ੍ਰਿਸ਼ਨ ਜੀ ਦਾ ਦਿੱਤਾ ਜ਼ਿਕਰ ਕੀਤਾ ਹੈ, ਇੱਥੇ ਪਰਮਾਤਮਾ ਦਾ ਕੀਤਾ ਹੈ। ਕਿਉਂਕਿ ਗੁਰੂ ਸਾਹਿਬ ਇਹ ਸਾਰੇ ਅਵਤਾਰੀ ਪੁਰਸ਼ਾਂ ਨੂੰ ਉਸ ਦੀ ਭੇਜੀ ਹੋਈ ਸੰਤਾਨ ਮੰਨਦੇ ਨੇ ਤੇ ਉਹ ਲੋਕਾਂ ਦੇ ਵਿੱਚ ਵਿਸਰਦੇ ਨੇ। ਕਿਸ ਲਈ? ਲੋਕਾਂ ਨੂੰ ਉਸ ਦਾ ਮੈਸੇਜ ਦੇਣ ਲਈ। ਤੇ ਮੈਸੇਜ ਜਿਹੜਾ ਹੁੰਦਾ ਅਵਤਾਰੀ ਪੁਰਸ਼ਾਂ ਦਾ ਅਲੱਗ ਯੋਗੀ 'ਚ ਅਲੱਗ ਅਲੱਗ ਹੀ ਹੁੰਦਾ, ਉਹਦਾ ਜ਼ਿਕਰ ਫਿਰ ਮੈਂ ਕਰਾਂਗਾ। ਹੁਣ ਇਹ ਜਿਹੜਾ ਯੂਸਫ ਹੈ, ਜਿਹਨੂੰ ਆਪਾਂ ਜੋਸਫ, ਉਹਦੇ 'ਚ ਬਾਈਬਲ 'ਚ ਵੀ ਆਉਂਦਾ ਹੈ। ਬਾਈਬਲ ਕਿਸੇ ਨੇ ਬੈਨ ਕਰਾਤੀ, ਕਿਸੇ ਨੇ ਕਿਹਾ ਵੀ ਬਾਈਬਲ ਵੀ ਬੈਨ ਕਰੋ, ਕਿਸੇ ਨੇ ਨਹੀਂ ਕਿਹਾ। ਪਰ ਗੁਰੂ ਸਾਹਿਬ ਨੇ ਇਹ ਬਾਈਬਲ ਤੇ ਜਿਹੜੀ ਕੁਰਾਨ ਮਜੀਦ ਦੀ ਸਟੋਰੀ ਹੈ ਜੋਸਫ ਜ਼ੁਲੈਖਾ ਦੀ, ਇਸ ਨੂੰ ਉਹਦਾ ਤੱਤ ਪਕੜਿਆ ਤੇ ਉਸ ਨੂੰ ਆਪਣੇ ਹਿਸਾਬ ਨਾਲ ਬਿਆਨ ਕੀਤਾ ਹੈ। ਕੁਰਾਨ ਮਜੀਦ 'ਚ ਵੱਡੀ ਹੈ, ਬਾਈਬਲ 'ਚ ਛੋਟੀ ਹੈ। ਤੇ ਮੈਂ ਉਸੇ ਪ੍ਰੋਫੈਸਰ ਸਾਹਿਬ ਦੀ ਤੁਹਾਨੂੰ ਦੱਸਦਾ ਜਿਨ੍ਹਾਂ ਨੇ ਤੇਰੀ ਭਗਤੀ ਭੰਡਾਰ ਪੜ੍ਹਿਆ ਸੀ ਨਾ, ਉਹ ਮੈਨੂੰ ਕਹਿੰਦੇ ਸ਼ਿਮਲੇ ਮਿਲੇ, ਕਹਿੰਦੇ ਮੈਂ ਤਾਂ ਸਾਰੀ ਬਾਈਬਲ ਪੜ੍ਹ ਲਈ, ਮੈਨੂੰ ਤਾਂ ਮਿਲੀ ਨਹੀਂ ਸਟੋਰੀ। ਜਿਹੜੇ ਬੰਦੇ ਨੇ ਬਾਈਬਲ ਦਾ ਜੈਨਸਿਸ ਪੀਰੀਅਡ ਨਹੀਂ ਪੜ੍ਹਿਆ, ਜਿਹੜਾ ਸ਼ੁਰੂਆਤ ਜਿੱਥੋਂ ਬਾਈਬਲ ਹੁੰਦੀ ਹੈ ਉਸ ਚਰਿੱਤਰ ਤੋਂ ਹੁੰਦੀ ਹੈ, ਉਸਨੇ ਨਹੀਂ ਪੜ੍ਹੀ ਤਾਂ ਤੁਹਾਨੂੰ ਐਵੇਂ ਹੀ ਮਿਲ ਕੇ ਨਾ ਰੋਹ ਪਾਉਣ ਲਈ ਕਿ ਮੈਂ ਜੀ ਬਾਈਬਲ ਪੜ੍ਹ ਲਈ, ਮੈਨੂੰ ਤਾਂ ਮਿਲਿਆ ਨਹੀਂ। ਕਿਸੇ ਨੇ ਬਾਈਬਲ ਨਹੀਂ ਬੈਨ ਕਰਾਈ, ਕਿਸੇ ਨੇ ਕੁਰਾਨ ਮਜੀਦ ਨਹੀਂ ਬੈਨ ਕਰਾਈ, ਕਿਸੇ ਨੇ ਮਹਾਂਭਾਰਤ ਨਹੀਂ ਬੈਨ ਕਰਾਈ। ਥੋੜ੍ਹੀ ਦੇਰ ਪਹਿਲਾਂ ਹੀ ਉਹ ਮਹਾਂਭਾਰਤ ਦੇ ਸਾਰੇ ਐਕਟਰ ਆਏ ਉੱਥੇ ਕਪਿਲ ਸ਼ਰਮਾ ਸ਼ੋਅ 'ਚ, ਉਹਨਾਂ ਨੇ ਪੁੱਛਿਆ ਕੋਈ ਖਾਸ ਕੋਈ ਗੱਲ, ਕਹਿੰਦਾ ਜੀ ਸਾਨੂੰ ਤਾਂ ਖਾਸ ਹੋਇਆ ਜਦੋਂ ਸਾਡਾ ਚੱਲ ਰਿਹਾ ਸੀ ਸੀਰੀਅਲ ਤੇ ਕਿਸੇ ਨੇ 295 ਦਾ ਮੁਕੱਦਮਾ ਕਰਤਾ, ਅਸੀਂ ਹੋ ਗਏ, ਘਬਰਾ ਜਾਂਦਾ ਬੰਦਾ। ਕਹਿੰਦਾ ਵਕੀਲ ਕੀਤੇ, ਪਹੁੰਚੇ ਉੱਥੇ, ਉਹਨਾਂ ਨੇ ਪੁੱਛਿਆ ਵੀ ਕੀ ਗੱਲ, ਕਹਿੰਦਾ ਜੀ ਤੁਸੀਂ ਤਾਂ ਬਿਲਕੁਲ ਹੀ ਗਲਤ ਦਿਖਾ ਰਹੇ ਹੋ ਸਾਰਾ ਕੁਛ। ਉਹ ਕਹਿੰਦਾ ਵੀ ਫਿਰ ਮੁਕੱਦਮਾ ਵੇਦ ਵਿਆਸ ਦੇ ਘਰ, ਸਾਡੇ ਦੇ ਕਾਹਨੂੰ ਕਰਦਾ, ਅਸੀਂ ਤਾਂ ਉਹੀ ਦੇ ਰਹੇ ਹਾਂ ਜੋ ਉਹਨੇ ਲਿਖਿਆ। ਇਹ ਮੈਂ ਕਿਹਾ ਜਦੋਂ ਇਹ ਬੰਦੇ ਹੁੰਦੇ ਨਾ ਸ਼ਰਾਰਤੀ ਜਿਨ੍ਹਾਂ ਨੇ, ਫਿਰ ਬਾਅਦ 'ਚ ਪਤਾ ਲੱਗਿਆ ਵੀ ਹਾਂ ਜੀ ਨਹੀਂ ਜੀ ਅਸੀਂ ਤੁਹਾਡੇ ਨਾਲ ਸੈਲਫੀ ਖਿੱਚਣੀ ਸੀ। 25 ਸਾਲ ਬਾਅਦ ਫਿਰ ਉਹਦਾ ਮਤਲਬ ਕਿ ਸਮਨ ਕਢਾਤੇ ਵੀ ਸੈਲਫੀ ਖਿੱਚਣੀ ਸੀ। ਅਤੇ ਮੈਨੂੰ ਤਾਂ ਇੱਥੋਂ ਹੀ ਇਹਨਾਂ ਦੇ ਇੱਕ ਲਤੀਫਾ ਯਾਦ ਆਉਂਦਾ ਹੈ, ਇਹਨਾਂ ਦੀ ਬਿਰਤੀ ਤੋਂ ਹੀ। ਇੱਕ ਬੰਦਾ ਗਿਆ, ਕਹਿੰਦਾ ਹਲਵਾਈ ਦੀ ਦੁਕਾਨ 'ਤੇ, ਬਈ ਤੇਰੇ ਕੋਲ ਦੁੱਧ ਕਿੰਨਾ, ਕਹਿੰਦਾ 40 ਕਿਲੋ, ਕਹਿੰਦਾ ਰੱਖ ਦੇ ਯਾਰ ਗਰਮ ਕਰਨਾ, ਕਹਿੰਦਾ ਕਾੜਨਾ ਸ਼ੁਰੂ ਕਰ ਦੇ। ਬਰਫੀ ਕਿੰਨੀ ਹੈ, ਇੰਨੀ ਪਾ ਦੇ, ਇਹਦੇ 'ਚ ਕਲਾਕੰਦ ਪਾ ਦੇ, ਲੱਡੂ ਪਾ ਦੇ, ਸਭ ਕੁਝ ਪਵਾ ਕੇ ਕਹਿੰਦਾ ਇਹਨੂੰ ਕਾੜ ਕੇ ਚੰਗੀ ਤਰ੍ਹਾਂ, ਕਹਿੰਦਾ ਕੀ ਬਣ ਗਿਆ, ਕਹਿੰਦਾ ਜੀ ਰਾਬੜੀ, ਕਹਿੰਦਾ 1 ਰੁਪਏ ਦੀ ਦੇ ਦੇ। ਉਹ ਹਿਸਾਬ ਇਹਨਾਂ ਦਾ, ਕੁਛ ਨਹੀਂ ਦੇਖਣਾ ਵੀ ਕੀ ਚੀਜ਼ ਕਰ ਰਹੇ ਹਾਂ, ਕੀ ਰਿੜਕ ਰਹੇ ਹਾਂ, ਕੀ ਹੈ ਨਹੀਂ ਕੀ ਨਹੀਂ, ਉਹਦੀ ਤਸਵੀਰ ਕੀ ਹੈ ਕੀ ਨਹੀਂ। ਬਈ ਕੌਡੀਆਂ ਦੇ ਭਾਅ ਆਪਣੇ ਆਪ ਨੂੰ ਵੇਚ ਰਹੇ ਨੇ। ਅਤੇ ਗੁਰੂ ਤਾਂ ਅਮੁੱਲ ਹੈ, ਉਹਨੇ ਅਮੁੱਲ ਰਹਿਣਾ, ਉਹ ਵਿਕੇਗਾ ਨਹੀਂ। ਸੱਚ ਵਿਕਦਾ ਨਹੀਂ ਹੈ, ਸੱਚ ਪ੍ਰਗਟ ਹੁੰਦਾ। ਝੂਠ ਵਿਕਦਾ, ਸਾਡੇ ਚੈਨਲਾਂ 'ਤੇ ਵਿਕ ਰਿਹਾ, ਸਿਆਸਤ 'ਚ ਵਿਕ ਰਿਹਾ, ਧਰਮ 'ਚ ਵਿਕ ਰਿਹਾ। ਇੱਕ ਤਾਂ ਜੋਸਫ ਜ਼ੁਲੈਖਾ ਦੀ ਮੈਂ ਸਟੋਰੀ ਦੀ ਗੱਲ ਕੀਤੀ। ਦੂਸਰੀ ਸਟੋਰੀ ਜਿਹੜੀ ਹੈ ਉਹ ਆਪਣੀ ਰਾਗ ਮਾਲਾ ਦਾ ਵੀ ਜਿਹੜਾ ਖੰਡਨ ਕਰਦੇ ਸੀ ਨਾ ਲੋਕ, ਉਹਦਾ ਵੀ ਮੰਡਨ ਹੁੰਦਾ। ਫਿਰ 91 ਨੰਬਰ ਸਟੋਰੀ ਹੈ। ਉਹ ਕਵੀ ਆਲਮ ਦੀ, ਇਹਨਾਂ ਨੇ ਇਹ ਤਰਕ ਦਿੱਤਾ ਕਿ ਕਵੀ ਜਿਹੜੇ ਆਲਮ 2 ਹੋਏ ਨੇ, ਇੱਕ ਅਕਬਰ ਦੇ ਜ਼ਮਾਨੇ ਦਾ, ਇੱਕ ਔਰੰਗਜ਼ੇਬ ਦੇ ਜ਼ਮਾਨੇ ਦਾ। ਪਹਿਲਾਂ ਮੈਨੂੰ ਵੀ ਥੋੜ੍ਹਾ ਜਿਹਾ ਸ਼ੱਕ ਪਿਆ ਵੀ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ, ਜਿੰਨਾ ਚਿਰ ਇਹ ਚੀਜ਼ ਨਾ ਲੱਭੇ ਵੀ ਕਵੀ 2 ਸੀ ਕਿ 1 ਸੀ, ਅਤੇ ਅੱਗੇ ਰਾਗਮਾਲਾ 'ਤੇ ਕੁਝ ਲਿਖਿਆ ਨਹੀਂ ਜਾ ਸਕਦਾ। ਸੋ ਮੈਨੂੰ ਫੋਰਚੂਨੇਟਲੀ ਇੱਕ ਕਿਤਾਬ ਮਿਲੀ, ਮੁਗਲ ਰਿਕਾਰਡਸ, ਉਹਨੇ ਸਾਰੀਆਂ ਤਰਤੀਬ ਦਿੱਤੀ ਹੋਈ ਉਹਦੇ 'ਚ। ਆਲਮ ਕਵੀ ਇੱਕੋ ਹੀ ਹੋਇਆ। ਉਹ ਕਹਿੰਦੇ ਜੇ ਕਾਮ ਕੰਦਲਾਂ ਜਿਹੜੀਆਂ ਇਹਨਾਂ ਨੇ ਇਹ ਆਲਮ ਨੇ ਲਿਖੀ, ਅਤੇ ਜਿਹੜਾ ਕਾਲਮ ਥੋੜ੍ਹਾ ਸੀ ਉੱਧਰ ਦਾ ਗੁਰੂ ਗੋਬਿੰਦ ਸਿੰਘ ਦੇ ਟਾਈਮ ਦਾ ਕਹਿ ਲਓ, ਉਹਨੇ ਆਲਮ ਕੀਲੀ ਲਿਖੀ। ਇਹ 2 ਅਲੱਗ ਅਲੱਗ ਨੇ। ਇਹ ਕਾਸ਼ੀ 'ਚ ਪਏ ਨੇ ਜੀ, ਮੈਨੂਸਕ੍ਰਿਪਟ ਚੈੱਕ ਕਰਾ ਲਓ, ਮੈਂ ਤਾਂ ਕਰਵਾ ਲਏ। ਇੱਕੋ ਹੀ ਕਵੀ ਹੈ ਅਤੇ ਗੁਰੂ ਸਾਹਿਬ ਉਹਦੀ ਸਟੋਰੀ ਨੰਬਰ 91 ਦਿੰਦੇ ਨੇ। ਉਹ 91 ਨੰਬਰ ਸਟੋਰੀ ਜਿਹੜੀ ਹੈ ਉਹ
ਸਾਨੂੰ ਇੰਨਾ ਕੁਛ ਕਲੀਅਰ ਕਰ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਦਰਜ ਰਾਗਮਾਲਾ। ਅੱਛਾ, ਇਹ ਵੀ ਮੰਨਦੇ ਨੇ ਇੱਧਰ ਵੀ ਜਿਹੜੀ ਇਹ ਆਲਮ ਕਵੀ ਦੀ ਰਾਗਮਾਲਾ ਹੈ, ਇਹਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਉਹਦੇ ਨਾਲੋਂ ਭਿੰਨ ਹੈ। ਤੇ ਭਿੰਨ ਤਾਂ ਆਪੇ ਜਦੋਂ ਬੰਦਾ ਕੋਈ ਕਿਸੇ ਚੀਜ਼ ਦੀ ਕਾਪੀ ਕਰੇਗਾ ਤਾਂ ਭਿੰਨ ਤਾਂ ਹੋ ਹੀ ਜਾਏਗੀ। ਫਿਰ ਉਹਦਾ ਜ਼ਿਕਰ ਵੀ ਉਹਦੇ ਵਿੱਚ ਉਸ ਦੀ ਵਾਈਫ ਦਾ, ਸ਼ੇਖ ਰੰਗਰੇਜ਼ਨ, ਇਹ ਬ੍ਰਾਹਮਣ ਸੀ, ਉਸ ਦੇ ਪਿਆਰ ਦੇ ਵਿੱਚ ਪਾਗਲ ਹੋ ਕੇ ਮੁਸਲਮਾਨ ਬਣਿਆ। ਨਹੀਂ ਤਾਂ ਬ੍ਰਾਹਮਣ ਕਦੀ ਸੰਸਕ੍ਰਿਤ 'ਚ ਲਿਖਦਾ। ਤਾਂ ਉਹੀ ਗੱਲ ਮੈਂ ਇੱਥੇ ਆ ਜਾਂਦਾ ਵੀ ਇਹ ਜੇ ਕਿਸੇ ਬ੍ਰਾਹਮਣ ਦੀ ਚਾਲ ਸੀ ਤੇ ਬ੍ਰਾਹਮਣ ਜਿਹੜਾ ਫਾਰਸੀ ਤੇ ਅਰਬੀ ਤੇ ਕਿਵੇਂ ਲਿਖ ਲੇਗਾ? ਸੰਸਕ੍ਰਿਤ ਤਾਂ ਲਿਖੇਗਾ ਹੀ। ਦਸਮ ਗ੍ਰੰਥ ਸਾਹਿਬ ਫਾਰਸੀ 'ਚ ਕਿਵੇਂ ਬ੍ਰਾਹਮਣ ਲਿਖ ਲੇਗਾ? ਇੰਨੀ ਕੁ ਸਾਡੀ ਅਕਲ ਕੰਮ ਕਰਦੀ ਹੈ, ਕਿਉਂਕਿ ਉਹ ਗਿਰਵੀ ਰੱਖੀ ਹੋਈ ਹੈ। ਅਕਲ ਤਾਂ ਸਾਰਿਆਂ ਨੂੰ ਰੱਬ ਨੇ ਦਿੱਤੀ ਹੈ, ਬੁੱਧੀ ਦਿੱਤੀ ਹੋਈ ਹੈ, ਪਰ ਜੋ ਗਿਰਵੀ ਰੱਖੀ ਹੋਵੇ ਤੇ ਕਲਮ ਉਧਾਰੀ ਹੋਵੇ ਤਾਂ ਫਿਰ ਝੂਠ ਹੀ ਨਿਕਲੇਗਾ, ਸੱਚ ਨਹੀਂ ਆਉਂਦਾ ਕਦੇ ਨੇੜੇ। ਅਤੇ ਇਸੇ ਲਈ ਮੈਂ ਇਹਨਾਂ ਦੀ ਪਰਵਾਹ ਨਹੀਂ ਬਹੁਤੀ ਕਰਦਾ। ਦਿੱਲੀ ਆਪਾਂ ਐਂਟਰ ਕਰਦੇ ਹਾਂ, ਦਿੱਲੀ ਦਾ ਸਾਰਾ ਗੰਦ ਲਿਆ ਕੇ ਉਹਨਾਂ ਨੇ ਬਾਹਰ 2 ਪਹਾੜ ਬਣਾ ਤੇ, ਉੱਤੇ ਬੂਟੇ ਲਾ ਤੇ, ਸਭ ਕੁਝ ਕਰਤਾ, ਪਰ ਉਹ 'ਚੋਂ ਖੁਸ਼ਬੂ ਤਾਂ ਕੋਈ ਨਹੀਂ ਆਊਗੀ। ਹੈ ਉਹ ਗੰਦ ਹੀ ਹੈ। ਉੱਤੇ ਸੈਂਟ ਵੀ ਮਾਰ ਲਓ ਤੁਸੀਂ ਜਾ ਕੇ, ਉਹ 'ਚ ਖੁਸ਼ਬੂ ਨਹੀਂ ਆਏਗੀ। ਸੋ ਸਾਨੂੰ ਇਹਨਾਂ ਬੰਦਿਆਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਕਰਨ ਦੇਣਾ ਚਾਹੀਦਾ। ਕੋਈ ਇਹਨਾਂ 'ਚੋਂ ਖੁਸ਼ਬੂ ਨਹੀਂ ਆਉਣੀ, ਇਹਨਾਂ ਤਿਲਾਂ 'ਚ ਤੇਲ ਵੀ ਹੈ ਨਹੀਂ। ਇਹਨਾਂ ਨੂੰ ਸਵਾਲ ਦੇ ਉੱਤੇ ਸਵਾਲ ਕਰੋ, ਆਪਣੇ ਆਪ ਚਲੇ ਜਾਂਦੇ ਨੇ। ਇਹਨਾਂ ਕੋਲ ਸਵਾਲ ਦਾ ਜਵਾਬ ਨਹੀਂ ਹੈ, ਕਿਸੇ ਚੀਜ਼ ਸਵਾਲ ਦਾ ਵੀ। ਹੁਣ ਉਹ ਜਿਹੜਾ ਚਰਿੱਤਰ ਹੈ, ਗੁਰੂ ਸਾਹਿਬ ਨੇ ਕਵੀ ਆਲਮ ਦਾ ਵੀ ਦਿੱਤਾ। ਉਹਨਾਂ ਦਾ ਕੋਰਟ ਪੋਇਟ ਹੈ। ਕੋਰਟ ਪੋਇਟ ਜਿਹੜਾ ਉਹਨਾਂ ਦਾ ਦਰਬਾਰੀ ਕਵੀ ਹੈ, ਇਤਿਹਾਸ 'ਚ ਆਉਂਦਾ ਕਿ ਔਰੰਗਜ਼ੇਬ ਨੂੰ ਜਦੋਂ ਗਾਣਾ ਵਜਾਣਾ ਬੰਦ ਕਰਾਇਆ ਅਤੇ ਉਹ ਜਿਹੜੇ ਸਾਰੇ ਉਹਨਾਂ ਦੇ ਕਵੀ ਵਿਹਲੇ ਹੋਏ, ਉਹ ਕਿੱਧਰ ਆ ਗਏ? ਗੁਰੂ ਸਾਹਿਬ ਨੇ ਆਪਣੇ ਦਰਬਾਰ 'ਚ ਰੱਖ ਲਏ। ਇਸੇ ਲਈ ਭਾਈ ਨੰਦ ਲਾਲ ਗੰਜਨਾਮਾ 'ਚ ਗੁਰੂ ਗੋਬਿੰਦ ਸਿੰਘ ਨੂੰ ਬੇਕਸਾਰਾਂ ਯਾਰ ਕਹਿੰਦੇ, ਇਹ ਫਰੈਂਡ ਆਫ ਦੀ ਹੈਲਪਲੈਸ। ਅੱਜ ਅਸੀਂ ਕਿਤੇ ਕਿਸੇ ਨੂੰ ਥੋੜ੍ਹੀ ਜਿਹੀ ਮਦਦ ਕਰ ਦਈਏ ਨਾ, ਕਿਸੇ ਦੀ ਫੀਸ ਦੇ ਦਿੱਤੀ, ਕਿਸੇ ਦੀ ਕਰਤੀ, ਅਤੇ ਚੌੜੇ ਹੋਏ ਫਿਰਦੇ ਆ। ਤੋ ਸਰਬੰਸਦਾਨੀ, ਪਿਓ, ਮਾਤਾ, ਬੱਚੇ, ਪਰਿਵਾਰ, ਘਰ-ਬਾਰ ਸਭ ਕੁਝ ਤਿਆਗਦਾ, ਅਤੇ ਅਸੀਂ ਨਿਗੁਰੇ, ਨਿਗੁਣੇ ਅਤੇ ਨਿਸ਼ੁਕਰੇ ਉਸ ਦੀ ਕਿਰਤ 'ਤੇ, ਉਸ ਦੇ ਕਰਮਾਂ ਦੇ ਉੱਤੇ, ਉਸ ਦੇ ਬਲੀਦਾਨ ਦੇ ਉੱਤੇ ਸ਼ੱਕ ਕਰ ਰਹੇ ਹਾਂ। ਅਤੇ ਕਿੱਥੇ ਢੋਈ ਮਿਲੇਗੀ? ਨਾ ਇਸ ਸੰਸਾਰ 'ਚ, ਨਾ ਅਗਲੇ ਸੰਸਾਰ ਦੇ ਵਿੱਚ। ਹੁਣ ਫਿਰ ਇੱਕ ਇਹਨਾਂ ਨੇ ਬੜਾ ਢੋਂਗ ਰਚਾਇਆ ਇਸ ਚੀਜ਼ ਦੇ ਉੱਤੇ ਕਿ ਤ੍ਰਿਆ ਚਿੱਤਰ ਪਖਿਆਨ, ਇਹ ਗੁਰੂ ਸਾਹਿਬ ਦੀ ਰਚਨਾ ਹੋ ਹੀ ਨਹੀਂ ਸਕਦੀ। ਕੀ ਗੁਰੂ ਸਾਹਿਬ ਲਿਖ ਸਕਦੇ ਨੇ? ਵੀ ਪੁੱਛੇ ਵੀ ਤੁਹਾਨੂੰ ਪੁੱਛ ਕੇ ਲਿਖਣਾ ਸੀ ਗੁਰੂ ਨੇ? ਜਿਹੜੇ ਧਾਰਮਿਕ ਗ੍ਰੰਥਾਂ 'ਚੋਂ ਚੀਜ਼ਾਂ ਲਈਆਂ ਗਈਆਂ ਨੇ ਉਹ ਬੈਨ ਹੋਈਆਂ, ਉਹ ਵੀ ਤਾਂ ਲਿਖੀਆਂ ਹੋਈਆਂ ਨਾ। ਪੁਰਾਣ ਸਾਹਿਤ ਚੱਲ ਰਿਹਾ, ਮਹਾਭਾਰਤ ਚੱਲ ਰਹੀ ਹੈ, ਰਮਾਇਣ ਚੱਲ ਰਹੀ ਹੈ, ਗੀਤਾ ਚੱਲ ਰਹੀ ਹੈ, ਹਿਤ ਉਪਦੇਸ਼ ਚੱਲ ਰਿਹਾ ਹੈ, ਬਾਈਬਲ ਚੱਲ ਰਹੀ ਹੈ, ਕੁਰਾਨ ਮਜੀਦ ਚੱਲ ਰਹੀ ਹੈ। ਕਿਸ ਨੇ ਉਹਨਾਂ ਨੂੰ ਬੈਨ ਕਰਾ ਲਿਆ? ਅਤੇ ਤੁਸੀਂ ਵੀ ਜਿਹੜਾ ਪਿਛਲੇ 100 ਸਾਲ ਤੋਂ ਲੱਗੇ ਹੋ, 200 ਸਾਲ ਹੋਰ ਲੱਗ ਜਾਓ, ਨਰਕ ਹੀ ਨਸੀਬ ਹੋਣਗੇ। ਵੇਦਾਂ ਦੀ ਅਥਾਰਟੀ ਨੂੰ ਚੈਲੰਜ ਕਰਨ ਲਈ ਕੌਣ ਸੀ? ਚਰਵਾਕੇ। ਅੱਜ ਕੌਣ ਜਾਣਦਾ ਉਹਨਾਂ ਨੂੰ ਚਰਵਾਕਿਆਂ ਨੂੰ? ਵੀ ਚਰਵਾਕਾ ਹੈ ਵੀ ਸੀ ਕਿ ਨਹੀਂ ਕੋਈ? ਵੇਦ ਚੱਲ ਰਹੇ ਨੇ। ਹੁਣ ਟੋਟਲ ਦਸਮ ਗ੍ਰੰਥ ਜਿਹੜਾ ਇਹਦੇ 1428 ਪੰਨੇ ਨੇ। ਹਰੇਕ ਪੱਤਰੇ ਦੇ ਉੱਤੇ 25 ਸਤਰ ਹੈ, ਹਰੇਕ ਸਤਰ 'ਚ 25 ਲਫ਼ਜ਼ ਨੇ। ਇੱਕ ਜਿਹੜਾ ਆਪਾਂ ਅਨੁਮਾਨ ਲਗਾ ਕੇ ਗੱਲ ਕਰਦੇ ਹਾਂ, ਅਤੇ ਇਸ ਹਿਸਾਬ ਨਾਲ ਸਾਰੇ ਦਸਮ ਵਿੱਚ 8,92,500 ਜਿਹੜੇ ਨੇ ਲਫ਼ਜ਼ ਨੇ, 8,92,500। ਅਤੇ ਤ੍ਰਿਆ ਚਿੱਤਰ ਪਖਿਆਨ ਦੇ ਵਿੱਚ ਜਿਹੜਾ ਕਿ ਸਾਡੇ ਪੇਜ 809 ਤੋਂ ਲੈ ਕੇ 1388 ਤੱਕ ਹੈ ਦਸਮ ਗ੍ਰੰਥ ਦੇ, 40.5% ਹੈ ਟੋਟਲ ਦਸਮ ਗ੍ਰੰਥ ਸਾਹਿਬ ਦਾ। ਅਤੇ ਇਹਦੇ ਵਿੱਚ ਲਫ਼ਜ਼ ਜਿਹੜੇ 3,61,875, 3,61,875। ਅਤੇ ਜਿਹੜੀ ਇਹ ਸ਼ਲੀਲ ਭਾਸ਼ਾ ਦੀ ਗੱਲ ਕਰਦੇ ਨੇ, ਉਹਦੇ ਮੈਂ ਲਫ਼ਜ਼ ਕੱਢ ਕੇ ਜਿਹਨੂੰ ਕਰਦਾ, ਉਹ ਲਫ਼ਜ਼ ਜਿਹੜੇ ਨੇ ਉਹ ਹੈਗੇ ਨੇ 0.04%,
0.04 1% ਵੀ ਨਹੀਂ ਹੈ। ਤੇ ਹੁਣ ਇੱਥੋਂ ਇਹਨਾਂ ਦੀ ਬਿਰਤੀ ਪਤਾ ਲੱਗਦੀ ਹੈ ਕਿ ਜਿਹੜੇ ਬੰਦਿਆਂ ਨੂੰ ਇਹਨਾਂ ਨੂੰ ਚਰਿਤਕਾਵ ਨਹੀਂ ਪਤਾ ਨਾ, ਚਰਿਤਕਾਵ ਲਿਖਿਆ ਕਿਵੇਂ ਜਾਂਦਾ। ਚਰਿਤਕਾਵ ਦੀ ਆਪਣੀ ਹੈ, ਉਹਦੀ ਭਾਸ਼ਾ ਖੁੱਲੀ ਯੂਜ਼ ਕਰਨੀ ਪੈਂਦੀ ਹੈ। ਉਹ 'ਚ ਕੋਈ ਲੁਕਵੀਂ ਭਾਸ਼ਾ ਨਹੀਂ ਆਪਾਂ ਵਰਤ ਸਕਦੇ। ਤੇ ਉਹ 0.04% ਤੇ ਇਹਨਾਂ ਦੀ ਬਿਰਤੀ ਗਈ। ਇੱਥੋਂ ਪਤਾ ਲੱਗ ਜਾਂਦਾ ਨਾ ਵੀ ਇਹ ਕਿਸ ਬਿਰਤੀ ਦੇ ਮਾਲਕ ਨੇ। ਇਹ ਗੁਰੂ ਦੇ ਬਣਾਏ ਗੁਰਮੁਖ ਯੋਗੀ ਹੈ ਜਾਂ ਮਨਮੁਖ ਭੋਗੀ ਨੇ। ਤੇ ਜਿਹੜਾ ਮਨਮੁਖ ਭੋਗੀ ਹੈ ਉਹ ਗੁਰਮੁਖ ਦਾ ਪਾਂਦੀ ਨਹੀਂ ਹੋ ਸਕਦਾ, ਉਹ ਗੁਰਮੁਖ ਦਾ ਪਾਂਦੀ ਹੋ ਹੀ ਨਹੀਂ ਸਕਦਾ, ਤੇ ਨਾ ਹੀ ਹੈ ਨੇ। ਗੁਰਤੇਜ ਸਿੰਘ ਨੂੰ ਤਾਂ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਤੇ ਵੀ ਸ਼ੱਕ ਸੀ। ਜਨਾਬ ਨੇ ਇੰਟਰਵਿਊ ਦਿੱਤੀ VS ਨੈਪੋਲ, ਜਿਹੜਾ ਨੋਬਲ ਪ੍ਰਾਈਜ਼ ਵਿਨਰ ਸੀ, ਕਿ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਛਕਾਇਆ ਉਹ ਖੰਡੇ ਨਾਲ ਨਹੀਂ ਛਕਾਇਆ ਸੀ, ਉਹ ਸੈਫ ਨਾਲ ਛਕਾਇਆ ਸੀ। ਸੈਫ ਜਿਹੜਾ ਬਹਾਦਰ ਸ਼ਾਹ ਨੇ 1706 'ਚ ਦਿੱਤਾ ਗੁਰੂ ਸਾਹਿਬ ਨੂੰ, ਤੇ 1699 'ਚ ਉਹਦੇ ਨਾਲ ਅੰਮ੍ਰਿਤ ਛਕਾ ਦਿੱਤਾ। ਇੰਨੀ ਪੁੱਠੀ ਬੁੱਧੀ ਤਾਂ ਕਿਸੇ ਦੀ ਨਹੀਂ ਚੱਲਦੀ। ਕਿਉਂ ਚੱਲਦੀ ਹੈ ਉਹ ਆਪੇ ਦੱਸਣਗੇ, ਲੋਕਾਂ ਤੋਂ ਪਤਾ। ਹੁਣ ਜਦੋਂ ਸਾਡੇ ਕੋਲ 0.04% ਤੇ ਆਪਾਂ ਆਪਣੀ ਬਿਰਤੀ ਟਿਕਾਈ ਹੋਈ ਹੈ, ਇਹਦੇ ਨਾਲ ਆਪਾਂ ਅਕਲ ਦੇ ਵੈਰੀ ਹਾਂ, ਗਿਆਨ ਦੇ ਵੈਰੀ ਹਾਂ, ਵਿਵੇਕ ਦੇ ਵੈਰੀ ਹਾਂ, ਸੱਚ ਦੇ ਵੈਰੀ ਹਾਂ।